Thank you. This is Voice of Manavta program with the help of Meghraj Singh ji. And ਸਾਰਿਆਂ ਨੂੰ ਸਲਾਮ ਨਮਸਕਾਰ ਸਤਿ ਸ੍ਰੀ ਅਕਾਲ ਗੁਰਫਤਿਹ ਜੋ ਵੀ ਤੁਹਾਡਾ ਪਿਛੋਕੜ ਹੋਵੇ ਤੇ this is your program, so please support it, and if you can also help financially the Voice of Manavta, that'll be very nice of you because we all are together in it. Today we're going to talk about Guru Angad Dev Ji, briefly about his life and lessons, what we can learn from his life and how they are relevant today in our everyday life. So, Gyani ji, welcome. Vaheguru ji ka Khalsa, Vaheguru ji ki Fateh ji. So, we are going to start with Daljit. Daljit, what would you like to say about Guru Angad Dev Ji? ਗੁਰੂ ਅੰਗਦ ਦੇਵ ਜੀ ਦੇ ਬਾਰੇ ਮੈਂ ਇਹ ਕਹੂੰਗੀ ਕਿ ਉਹਨਾਂ ਦੇ ਇੰਨਾ ਜ਼ਿਆਦਾ ਸੇਵਾ ਭਾਵ ਸੀ ਉਹਨਾਂ ਦੇ ਅੰਦਰ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂਡਮ ਉਹਨਾਂ ਨੂੰ ਬਖਸ਼ੀ। ਉਹਨਾਂ ਦੇ ਦੋ ਆਪਣੇ ਪੁੱਤਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦੋਨੋਂ ਸੀ, ਪਰ ਉਹਨਾਂ ਨੇ ਉਹਨਾਂ ਦੇ ਕਿੰਨੇ ਇਮਤਿਹਾਨ ਲਏ, ਕਿੰਨੀਆਂ ਚੀਜ਼ਾਂ ਬਾਰੇ ਕਿਹਾ ਉਹਨਾਂ ਨੂੰ ਕਰਨ ਦੇ ਲਈ। ਗੁਰੂ ਅੰਗਦ ਦੇਵ ਜੀ ਨੂੰ ਸਤ ਬਚਨ ਕਹਿ ਕੇ ਉਹ ਸਾਰੀ ਸੇਵਾ ਨਿਭਾਈ। ਸ਼ਾਂਤੀ ਦੇ ਪੁੰਜ ਤੇ ਇੰਨੇ ਉਹ ਬਚਨਾਂ ਦੇ ਪੂਰੇ ਸੀਗੇ ਕਿ ਉਹਨਾਂ ਨੂੰ ਉਹ ਸੇਵਾ ਦਾ ਫਲ ਜਿਹੜਾ ਸੀ ਉਹ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਬਣੇ ਸਾਡੇ। ਥੈਂਕ ਯੂ। ਗਿਆਨੀ ਜੀ। ਹਾਂਜੀ, ਗੁਰੂ ਅੰਗਦ ਦੇਵ ਜੀ ਬਾਬਾ ਤੁਹਾਡਾ ਕੀ ਖਿਆਲ ਹੈ? ਦੇਖੋ ਕਹਿੰਦੇ ਆ ਉਹਨਾਂ ਦੇ ਆਪਣਾ ਇੱਕ ਸ਼ਬਦ ਹੈ, ਉਹ ਕਹਿੰਦੇ ਆ ਕਿ ਬਈ ਜੇ ਸੋ ਚੰਗਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਹਾਂਜੀ ਹਾਂਜੀ, ਉਹ ਆਪਣੇ ਜੀਵਨ ਦੇ ਵਿੱਚ ਮਿਸਾਲ ਦਿੰਦੇ ਆ ਕਿਉਂ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ। ਇਹਦੇ ਬਾਬਤ ਦੱਸੋ ਕਿ ਉਹਨਾਂ ਦਾ ਕੀ ਜੀਵਨ ਸੀਗਾ ਗੁਰੂ ਧਾਰਨ ਤੋਂ ਪਹਿਲਾਂ। ਮੇਰੇ ਪਹਿਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਇਹਨਾਂ ਦੇ ਪਿਤਾ ਜੀ ਦੇਵੀ ਦੇ ਭਗਤ ਸਨ ਤੇ ਉਹ ਹਰ ਸਾਲ ਦੇਵੀ ਦੀ ਯਾਤਰਾ ਵਾਸਤੇ ਸੰਗੀਆਂ ਸਾਥੀਆਂ ਨੂੰ ਲੈ ਕੇ ਅਗਵਾਈ ਕਰਦੇ ਹੋਏ ਜਾਇਆ ਕਰਦੇ ਸਨ। ਇਹਨਾਂ ਦੀ 20 ਸਾਲ ਦੀ ਉਮਰ ਸੀ ਜਦੋਂ ਇਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ ਤੇ ਫਿਰ ਇਹਨਾਂ ਨੇ ਉਸ ਸੰਗ ਦੀ ਅਗਵਾਈ ਕਰਨੀ ਸ਼ੁਰੂ ਕੀਤੀ। ਹਾਂਜੀ, ਪਰ ਜਿਸ ਤਰ੍ਹਾਂ ਅੰਦਰ ਦੀ ਤਸੱਲੀ ਜਾਂ ਅੰਦਰ ਠੰਡ ਨਹੀਂ ਸੀ, ਜਦੋਂ ਇਹਨਾਂ ਨੂੰ 22 ਸਾਲ ਦੀ ਉਮਰ ਸੀ, ਜਦੋਂ ਇਹਨਾਂ ਨੂੰ ਭਾਈ ਜੋਧ ਜੀ ਜਿਹੜੇ ਖਡੂਰ ਸਾਹਿਬ ਰਹਿੰਦੇ ਸੀਗੇ, ਉਹਨਾਂ ਦੇ ਕੋਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਹਾਂਜੀ, ਤੇ ਇਹਨਾਂ ਨੇ ਉਦੋਂ ਹੀ ਇਹਨਾਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਉਤਪੰਨ ਹੋਈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਇਹ ਪਹੁੰਚੇ, ਉਹ ਇਤਿਹਾਸ ਤੇ ਤਕਰੀਬਨ ਬਹੁਤ ਸੰਗਤਾਂ ਜਾਣਦੀਆਂ ਕਿ ਇਹ ਦੇਵੀ ਦੀ ਯਾਤਰਾ ਲਈ ਜਾ ਰਹੇ ਸਨ। ਰਸਤੇ 'ਚ ਪੜਾਅ ਹੋਇਆ ਤੇ ਕਰਤਾਰਪੁਰ ਇਹਨਾਂ ਨੇ ਸੰਗੀਆਂ ਸਾਥੀਆਂ ਕੋਲੋਂ ਆਗਿਆ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਗਏ ਤੇ ਉੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਸਤੇ 'ਚ ਇਹਨਾਂ ਨੂੰ ਮਿਲੇ ਤੇ ਅੱਗੇ ਅੱਗੇ ਉਹ ਪੈਦਲ ਚੱਲਦੇ ਗਏ, ਜਿਹਦੇ ਨਾਲ ਇਹਨਾਂ ਦੇ ਮਨ ਤੇ ਬੜਾ ਡੂੰਘਾ ਅਸਰ ਹੋਇਆ ਕਿ ਅੱਜ ਤੱਕ ਸੰਸਾਰ ਦੇ ਵਿੱਚ ਕੋਈ ਮਹਾਂਪੁਰਖ ਇਸ ਤਰ੍ਹਾਂ ਦਾ ਨਹੀਂ ਦੇਖਿਆ ਕਿ ਜਿਹੜਾ ਸੰਸਾਰੀ ਰੂਪ ਦੇ ਵਿੱਚ ਕਿਰਤਕਾਰ ਕਰਨ ਵਾਲਾ ਹੋਵੇ ਤੇ ਜਿਹਦੇ ਨਾਲ ਚੇਲੇ ਚਾਟੜੇ ਵੀ ਨਾ ਹੋਣ। ਇਹੋ ਜਿਹਾ ਉਹਨਾਂ ਦੇ ਮਨ ਦੇ ਉੱਪਰ ਅਸਰ ਪਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਜੋ ਇਹਨਾਂ ਨੇ ਉੱਥੇ ਵਰਤਾਰਾ ਦੇਖਿਆ, ਜੋ ਇਹਨਾਂ ਨੂੰ ਗੁਰੂ ਕੇ ਉਪਦੇਸ਼ ਸੁਣ ਕੇ ਠੰਡ ਪਈ ਤੇ ਉਹਦੇ ਤੋਂ ਹੀ ਫਿਰ ਇਹਨਾਂ ਨੇ ਆਪਣੇ ਪਿਛਲੇ ਜੀਵਨ ਨੂੰ ਤੱਕ ਕੇ ਵੀ ਤੇ ਉਹ ਬਚਨ ਕੀਤੇ ਕਿ ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਿ ਗੁਰੂ ਤੋਂ ਬਿਨਾਂ ਘੁੱਪ ਹਨੇਰਾ, ਅਗਿਆਨਤਾ ਦਾ ਹਨੇਰਾ ਗੁਰੂ ਤੋਂ ਬਿਨਾਂ ਦੂਰ ਨਹੀਂ ਹੁੰਦਾ। ਉਹਨਾਂ ਦੀ ਪਾਵਨ ਬਚਨ ਨੇ ਕਿ ਗੁਰ ਕੁੰਜੀ ਪਾਹੂ ਨਿਵਲ
ਮਨ ਕੋਠਾ ਤਨ ਛੱਤ। ਫਿਰ ਕਹਿੰਦੇ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਤੇ ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਜਿਹੜੇ ਮਨ ਦੇ ਕਵਾੜ ਨੇ ਉਹ ਨਹੀਂ ਖੁੱਲਦੇ ਤੇ ਜਿਹੜਾ ਸੱਚਾ ਗਿਆਨ ਉਹ ਪ੍ਰਾਪਤ ਨਹੀਂ ਹੁੰਦਾ। ਥੈਂਕ ਯੂ ਜੀ, ਥੈਂਕ ਯੂ ਗੁਰਸ਼ਨਜੀਤ। ਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਕਈ ਗੱਲਾਂ ਕਰਕੇ ਉਹਨਾਂ ਨੂੰ ਯਾਦ ਕਰਦੇ ਨੇ ਲੋਕ। ਜਿਵੇਂ ਕਿ ਬਈ ਉਹਨਾਂ ਨੇ ਗੁਰਮੁਖੀ ਦੀ ਲਿਪੀ ਡਿਵਾਈਸ ਕੀਤੀ। ਕੀ ਖਿਆਲ ਹੈ ਤੇਰਾ ਇਸ ਬਾਬਤ, ਕੋਈ ਵਿਚਾਰ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਭ ਤੋਂ ਪਹਿਲਾਂ ਮੈਂ ਵਾਇਸ ਆਫ ਮਾਨਵਤਾ ਦਾ ਧੰਨਵਾਦ ਕਰਦਾ ਮੇਘਰਾਜ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ ਬੋਲਣ ਦਾ, ਪਾਰਟਿਸਿਪੇਟ ਕਰਨ ਦਾ। ਗੁਰੂ ਸਾਹਿਬ ਨੇ ਆਉਂਦਾ ਨਾ ਭਾਈ ਗੁਰਦਾਸ ਦੀਆਂ 12 ਚ ਵੀ ਬਈ ਜਦੋਂ ਉਹ ਬਗਦਾਦ, ਗੁਰੂ ਨਾਨਕ ਦੇਵ ਜੀ ਬਗਦਾਦ ਜਾਂਦੇ ਆ, ਵੀ ਜਿਹੜੀ ਕਿਤਾਬ ਸੀ ਉਹ ਕਿਤਾਬ ਜਿਹੜੀ ਆ ਉਹ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ, ਪੋਥੀ ਜੀ ਨੂੰ ਕਹਿੰਦੇ ਸੀ। ਉਹੀ ਪੋਥੀ ਫਿਰ ਗੁਰੂ ਸਾਹਿਬ ਨੇ ਉਹਨੂੰ ਕਰਮਵਾਰ ਕਰਕੇ ਸੋਧ ਕੀਤੀ ਗੁਰੂ ਅੰਗਦ ਦੇਵ ਜੀ ਨੇ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਾਣੀ ਮਤਲਬ ਗੁਰਮੁਖੀ ਦੀ ਸ਼ੁਰੂਆਤ ਕੀਤੀ। ਤੇ ਗੁਰੂ ਅੰਗਦ ਦੇਵ ਜੀ ਖਾੜੇ ਵੀ ਲਵਾਉਂਦੇ ਹੁੰਦੇ ਸੀ ਤੇ ਹੁਕਮ ਮੰਨਣ ਦੀ ਭਾਵਨਾ ਵੀ ਉਹਨਾਂ ਦੇ ਵਿੱਚ ਬਹੁਤ ਸੀ। ਉਹਨਾਂ ਜਦੋਂ ਗੁਰੂ ਗੱਦੀ ਲਈ ਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਂਜੀ ਨਹੀਂ ਦਿੱਤੀ, ਉਹਨਾਂ ਦੇ ਬਹੁਤ ਇਮਤਿਹਾਨ ਲਏ ਜਿਨ੍ਹਾਂ ਤੋਂ ਪਾਸ ਹੋਏ। ਜਿਵੇਂ 2-4 ਸਾਖੀਆਂ ਆਉਂਦੀਆਂ ਬਈ ਦਰਖਤ ਤੇ ਚੜ੍ਹ ਜਾ ਜਲੇਬੀਆਂ ਲੱਗੀਆਂ, ਤਾਂ ਉਹ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਬਈ ਏਜਡ ਹੋ ਗਏ, ਜਿਵੇਂ ਕਹਿੰਦੇ ਆ 70, ਬਈ ਉਹ ਕਹਿੰਦੇ ਨਹੀਂ, ਉਹ ਕਹਿੰਦੇ ਜਲੇਬੀਆਂ ਲੱਗਣ ਜਾਂ ਨਾ ਲੱਗਣ ਸਾਖੀ ਦੇ ਮੁਤਾਬਕ ਮੈਂ ਗੁਰੂ ਦਾ ਹੁਕਮ ਮੰਨਣਾ। ਇਸੇ ਤਰ੍ਹਾਂ ਇੱਕ ਗੜਵਾ ਟੋਭੇ, ਗੰਦੇ ਟੋਭੇ 'ਚ ਸਿੱਟ ਦਿੰਦੇ ਆ, ਉਹ ਵੀ ਕੱਢ ਕੇ ਲਿਆਉਂਦੇ ਆ ਆਪਦੇ ਕੱਪੜਿਆਂ ਦੀ ਪ੍ਰਵਾਹ ਕੀਤੇ ਬਿਨਾਂ। ਤੇ ਜਦੋਂ ਅਖੀਰ ਤੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਦੇ ਆ, ਆਪਦੇ ਅੰਗ ਨਾਲ ਲਾ ਕੇ ਕਹਿੰਦੇ ਤੂੰ ਅੱਜ ਤੋਂ ਮੇਰਾ ਹੀ ਰੂਪ ਹੋ ਗਿਆ। ਫਿਰ ਇੱਕ ਨਾਲ ਹੀ ਮਾਤਾ ਖੀਵੀ ਜੀ, ਇਹਨਾਂ ਦੇ ਮਹਿਲ ਜਿਹੜੇ ਸੀ ਉਹ ਲੰਗਰ ਵਰਤਾਉਂਦੇ ਸੀ। ਸਿਰਫ ਇੱਕੋ ਇੱਕ ਗੁਰੂ ਦੇ ਮਹਿਲ ਦਾ ਨਾਂ ਆ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਮਾਤਾ ਖੀਵੀ ਦੇ ਨਾਂ ਨਾਲ ਜਾਣਿਆ, ਹੋਰ ਕਿਸੇ ਮਹਿਲ ਗੁਰੂ ਦੇ ਮਹਿਲਾਂ ਦਾ ਨਾਂ ਨਹੀਂ। ਇਹਨਾਂ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਤੇ ਨਾਲ ਹੀ ਖੀਰ ਦੀ, ਮਾਤਾ ਖੀਵੀ ਜੀ ਹਮੇਸ਼ਾ ਖੀਰ ਵਰਤਾਉਂਦੇ ਰਹੇ। those are unique things actually। ਬੜਾ ਮਤਲਬ ਪਹਿਲਾਂ ਕਹਿੰਦੇ ਪੁਰਾਣੇ ਜ਼ਮਾਨੇ ਜਿਹੜੇ ਰਿਕਾਰਡ ਕਰਦੇ ਸੀ ਨਾ, ਉਹ ਲੰਡਿਆਂ ਦੀ ਭਾਸ਼ਾ ਦੇ ਵਿੱਚ ਕਰਦੇ ਸੀਗੇ। ਤੇ ਫਿਰ ਮਹਾਰਾਜ ਨੇ ਜਿਹੜਾ ਮਹਾਰਾਜ ਦੀ ਬਾਣੀ ਜਿਹੜੀ ਅੰਕਿਤ ਕਰਾਈ ਆਪਣੀ ਲਿਪੀ ਨੂੰ ਮੋਡੀਫਾਈ ਕਰਕੇ ਡਿਵਾਈਸ ਕਰਨ ਤੋਂ ਬਾਅਦ ਦੇ ਵਿੱਚ। ਥੈਂਕ ਯੂ ਗੁਰਸ਼ਰਜੀਤ। ਮੈਨੂੰ ਇੱਕ ਹੋਰ ਵੀ ਗੱਲ ਯਾਦ ਆਈ ਵੀਰ ਜੀ। ਹਾਂਜੀ ਦੱਸੋ। ਜਦੋਂ ਸ਼ੇਰ ਸ਼ਾਹ ਸੂਰੀ ਤੋਂ ਮਾਤ ਖਾ ਕੇ ਭੱਜ ਕੇ ਆ ਕੇ ਗੁਰੂ ਅੰਗਦ ਦੇਵ ਜੀ ਦੇ ਕੋਲੇ ਆਇਆ ਤਾਂ ਗੁਰੂ ਅੰਗਦ ਦੇਵ ਜੀ ਆਪਦੇ ਮਸਤੀ 'ਚ ਬੈਠੇ ਸੀ। ਹੁਮਾਯੂੰ ਭੱਜ ਕੇ ਆਇਆ ਹਾਰ ਖਾ ਕੇ। ਤਾਂ ਜਦੋਂ ਦੇਖਿਆ ਵੀ ਗੁਰੂ ਅੰਗਦ ਦੇਵ ਜੀ ਨੇ ਮੇਰਾ ਸਵਾਗਤ ਨਹੀਂ ਕੀਤਾ, ਮੈਂ ਇੱਕ ਰਾਜਾ ਵਾਂ, ਤਾਂ ਉਹਨੇ ਤਲਵਾਰ ਕੱਢ ਲਈ। ਤਾਂ ਉੱਥੇ ਗੁਰੂ ਅੰਗਦ ਦੇਵ ਜੀ ਉਹਨੂੰ ਕਹਿੰਦੇ ਜਿੱਥੇ ਤਲਵਾਰ ਦੀ ਜ਼ਰੂਰਤ ਸੀ ਉੱਥੇ ਤਾਂ ਤੇ ਕੱਢੀ ਨਹੀਂ, ਹੁਣ ਤੂੰ ਫਕੀਰਾਂ ਤੇ ਸਾਧਾਂ ਸੰਤਾਂ ਤੇ ਬਈ ਤਲਵਾਰ ਦਿਖਾਉਣਾ, ਇਹ ਤਲਵਾਰ ਉੱਥੇ ਜ਼ੋਰ ਦਿਖਾਉਣਾ ਸੀ ਜਿੱਥੋਂ ਹਾਰ ਕੇ ਮੇਰੇ ਕੋਲ ਆਇਆ। ਇਹ ਵੀ ਘਟਨਾ ਯਾਦ ਆਉਂਦੀ। ਦੇਖ ਲਓ ਕਿੰਨੀ ਬਹਾਦਰੀ ਵਾਲੀ ਗੱਲ ਆ, ਬਾਦਸ਼ਾਹ ਨੂੰ ਇਹ ਗੱਲ ਕਹਿ ਦੇਣੀ। ਹਾਂਜੀ ਹਾਂਜੀ, ਕੋਈ ਬੰਦਾ ਕਹਿ ਸਕਦਾ ਜੇ ਜ਼ਰੂਰਤ ਹੋਵੇ। ਉਹ ਜ਼ਰੂਰਤ ਪੈਦਾ ਕਿੱਥੋਂ ਹੋਈ? ਉਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੋਂ। ਹਾਂਜੀ, ਥੈਂਕ ਯੂ ਦਲਜੀਤ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਸਾਇਆ, ਹਾਂਜੀ, ਹੈਨਾ। ਤੇ ਉਹ ਰਾਮਕਲੀ ਦੀ ਵਾਰ ਵਿੱਚ ਸਖਤੇ ਤੇ ਬਲਵੰਡ ਨੇ ਲਿਖਿਆ, ਜਿਵੇਂ ਗੁਰਸ਼ਰਨਜੀਤ ਨੇ ਕਿਹਾ ਕਿ ਮਾਤਾ ਖੀਵੀ 100 ਜਿਨ ਗੋਇਓ ਠਾਲੀ, ਯੈਸ, ਰਸ ਅੰਮ੍ਰਿਤ ਖੀਰ ਘਿਆਲੀ, ਏਦਾਂ ਕਰਕੇ ਆਉਂਦਾ ਨਾ ਸੱਤੇ ਬਲਵੰਡ ਰਾਮਕਲੀ ਦੀ। ਯੈਸ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਹਾਂਜੀ, ਯੈਸ, ਬਿਊਟੀਫੁਲ। ਮਤਲਬ ਬੀਬੀ ਖੀਵੀ ਦੀ ਦੇਖੋ ਕਿੰਨੀ ਇਹਦੇ ਵਿੱਚ ਉਸਤਤ ਹੈ। ਜੇ ਸੀ ਕੋਈ ਗੱਲ ਤਾਂ ਹੀ ਹੋਈ ਆ ਉਸਤਤ, ਨਹੀਂ ਹਰ ਇੱਕ ਬੰਦੇ ਦਾ ਕਿਉਂ ਨਹੀਂ, ਹੋਰ ਕਿਸੇ ਦਾ ਕਿਉਂ ਨਹੀਂ ਆਇਆ ਵਿੱਚ ਉਹਦੇ। ਹਾਂਜੀ ਹਾਂਜੀ।
ਸੋ ਹੱਥ ਨਾਲ ਹੱਥ ਵਟਾਇਆ ਮਾਤਾਵਾਂ ਨੇ ਵੀ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਮਿਸ਼ਨ ਦੇ ਵਿੱਚ। ਤੇ ਗੁਰੂ ਤੇ ਸਾਹਿਬ ਨੇ ਹਾਂਜੀ ਉਹਨਾਂ ਨੇ ਵੀ ਆਪਣੇ ਸਪੁੱਤਰਾਂ ਨੂੰ ਨਹੀਂ ਗੱਦੀ ਦਿੱਤੀ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ, ਤੇ ਉਹਨਾਂ ਦੇ ਦਾਤੂ ਜੀ ਤੇ ਦਾਸੂ ਜੀ ਸੀ ਦੋ ਉਹਨਾਂ ਦੇ ਪੁੱਤਰ। ਦੈਟਸ ਰਾਈਟ, ਯੈਸ, ਤੇ ਉਹ ਵੀ ਉਸ ਗੁਰਸਿੱਖੀ ਦੇ ਮੁਤਾਬਕ ਉਹ ਵੀ ਨਹੀਂ ਸੀ ਕਾਬਲ। ਦੁਨਿਆਵੀ ਕੰਮਾਂ 'ਚ ਸੀ ਜ਼ਿਆਦਾ ਉਹ ਵੀ। ਹਾਂਜੀ। That's right. ਤੇ ਗਿਆਨੀ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਨੇ ਉਹਨਾਂ ਨੂੰ ਖਡੂਰ ਸਾਹਿਬ ਜਾਣ ਲਈ ਕਿਉਂ ਕਿਹਾ ਗੁਰੂ ਅੰਗਦ ਦੇਵ ਜੀ ਨੂੰ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਸ ਗੱਲ ਨੂੰ ਭਲੀ ਪ੍ਰਕਾਰ ਜਾਣਦੇ ਸੀਗੇ ਕਿ ਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਮਿਲੀ ਤੇ ਇੱਥੇ ਕਰਤਾਰਪੁਰ 'ਚ ਹੀ ਰਹਿੰਦੇ ਨੇ, ਤੇ ਫਿਰ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਇਹਨਾਂ ਨਾਲ ਈਰਖਾ ਕਰਦੇ ਰਹਿਣਗੇ ਤੇ ਕਲੇਸ਼ ਪਾਣਗੇ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਤੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਖਡੂਰ ਜਾ ਕੇ ਤੇ ਇਹ ਗੁਰਮਤ ਦਾ ਪ੍ਰਚਾਰ ਜਿਹੜਾ ਉਹਨੂੰ ਕਰੋ। ਇਹੋ ਹੀ ਖਾਸ ਗੱਲ ਲੱਗਦੀ ਆ। ਇਹੋ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਸੀ ਖਡੂਰ ਸਾਹਿਬ ਜਾਣ ਲਈ। ਤੇ ਇਸੇ ਤਰ੍ਹਾਂ ਹੀ ਕਿ ਘਰੇਲੂ ਕਲੇਸ਼ 'ਚ ਪੈ ਕੇ ਜਿਹੜੀ ਸ਼ਕਤੀ ਆ ਉਹ ਬਰਬਾਦ ਨਾ ਹੋਵੇ। ਇਹ ਮਨੁੱਖਤਾ ਦੀ ਸੇਵਾ ਦਾ ਜਿਹੜਾ ਕਾਰਜ ਆ ਇਹ ਚੱਲਦਾ ਰਹੇ। ਥੈਂਕ ਯੂ। ਯਾਨੀ ਇੱਕ ਹੋਰ ਗੱਲ ਆਉਂਦੀ ਆ ਕਿ ਵੀ ਇੱਕ ਤਪਾ ਹੁੰਦਾ ਸੀ ਉੱਥੇ ਨੇੜੇ ਤੇੜੇ ਖਡੂਰ ਸਾਹਿਬ ਜਾਂ ਕਿਤੇ, ਬਈ ਉਹ ਲੋਕਾਂ ਨੂੰ ਉਹ ਬੜੀ ਈਰਖਾ ਕਰਦਾ ਸੀ ਗੁਰੂ ਸਾਹਿਬ ਦੇ ਨਾਲ। ਉਹਦੀ ਬਾਬਤ ਜਰਾ ਵਾਕਫੀ ਦਿਓ। ਉਹ ਅਸਲ 'ਚ ਨਾ ਜੀ ਇਸ ਤਰ੍ਹਾਂ ਆ ਕਿ ਜਿਹੜਾ ਸੱਚ ਆ ਇਹਦੇ ਕੋਲ ਸਭ ਤੋਂ ਵੱਧ ਡਰ ਜਿਹੜਾ ਆ ਉਹ ਝੂਠ ਨੂੰ ਆ, ਕੂੜ ਨੂੰ ਆ, ਪਖੰਡ ਨੂੰ ਆ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਾਰਗ ਜਿਹੜਾ ਉਹ ਆਪਣੀਆਂ ਗੱਦੀਆਂ ਚਲਾ ਕੇ ਤੇ ਲੋਕਾਂ ਦੇ ਪੈਸੇ ਤੇ ਐਸ਼ ਲੁੱਟਣਾ ਨਹੀਂ ਸੀ, ਬਲਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਮਨੁੱਖਤਾ ਦੀ ਸੇਵਾ ਚਲਾਈ। ਤੇ ਉਹ ਕੁਦਰਤੀ ਆ ਕਿ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ, ਉਹਨਾਂ ਦਾ ਨਾਮ, ਉਹਨਾਂ ਦੀ ਗੱਦੀ ਦੇ ਵਾਰਸ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਬੈਠੇ ਤੇ ਉਹਨਾਂ ਦੀ ਸੇਵਾ ਘਾਲਣਾ। ਤੇ ਜਿਵੇਂ ਪਹਿਲੋਂ ਥੋੜਾ ਜ਼ਿਕਰ ਸਰਦਾਰ ਗੁਰਚਰਨ ਸਿੰਘ ਜੀ ਹੋਰਾਂ ਨੇ ਕੀਤਾ ਆ, ਗੁਰਸ਼ਰਨ ਸਿੰਘ ਜੀ ਨੇ, ਭੈਣ ਜੀ ਹੋਰਾਂ ਵੀ, ਤੇ ਅਸੀਂ ਜਾਣਦੇ ਹਾਂ ਉਹਨਾਂ ਦੇ ਮਨ ਦੇ ਵਿੱਚੋਂ ਹਉਮੈ, ਹੰਕਾਰ, ਊਚ ਨੀਚ, ਜਾਤ ਪਾਤ ਜਿਹੜੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਸਾਰੇ ਉਹਨਾਂ ਨੇ ਬੜੇ ਬਾਖੂਬੀ ਉਹਨਾਂ ਦਾ ਪ੍ਰਚਾਰ ਕੀਤਾ। ਇਸ ਗੱਲ ਤੋਂ ਉੱਥੇ ਰਹਿੰਦਾ ਸੀ ਤਪਾ ਸ਼ਿਵਨਾਥ ਸੀ ਉਹਦਾ ਨਾਮ, ਖਡੂਰ ਹੀ ਰਹਿੰਦਾ ਸੀ। ਹਾਂਜੀ। ਤੇ ਉਹਨੂੰ ਬੜੀ ਤਕਲੀਫ ਹੁੰਦੀ ਸੀਗੀ ਕਿ ਲੋਕ ਜਿਹੜੇ ਨੇ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਜਾਣ ਲੱਗ ਪਏ, ਉਹਦੀ ਸਿੱਖੀ ਸੇਵਕੀ ਘਟਣ ਲੱਗ ਪਈ। ਤੇ ਇਸ ਗੱਲ ਤੋਂ ਫਿਰ ਕੋਈ ਨਾ ਕੋਈ ਅਡੰਬਰ ਰਚਦਾ ਰਹਿੰਦਾ ਸੀ। ਉਹਨਾਂ ਦਿਨਾਂ 'ਚ ਕਹਿੰਦੇ ਕਿ ਔੜ ਲੱਗ ਗਈ, ਮੀਂਹ ਨਾ ਪਿਆ ਤੇ ਲੋਕ ਬੜੇ ਪਰੇਸ਼ਾਨ ਹੋ ਗਏ, ਖੇਤੀਆਂ ਸੁੱਕਣ ਲੱਗ ਪਈਆਂ ਤੇ ਲੋਕ ਗੁਰੂ ਸਾਹਿਬ ਦੇ ਚਰਨਾਂ 'ਚ ਜਾਣ, ਮਹਾਰਾਜ ਵੀ ਸਾਡੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ, ਮੀਂਹ ਨਹੀਂ ਪੈ ਰਿਹਾ ਤੇ ਤੁਸੀਂ ਕਿਰਪਾ ਕਰੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਸ੍ਰੀ ਗੁਰੂ ਅੰਗਦ ਦੇਵ ਜੀ ਦੱਸਦੇ ਰਹੇ ਕਿ ਵਾਹਿਗੁਰੂ ਦੇ ਭਾਣੇ 'ਚ ਆ, ਉਹ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਆਪ ਹੈ। ਸਾਨੂੰ ਉਹਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ, ਭਾਣੇ 'ਚ ਰਹਿਣਾ ਚਾਹੀਦਾ। ਤੇ ਇਸ ਕਰਕੇ ਇਹਦੇ 'ਚ ਕਿਸੇ ਨੂੰ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤੇ ਉਹ ਲੋਕ ਦੁਖੀ ਹੋਏ ਹੋਏ ਤਪੇ ਵੱਲ ਗਏ। ਤਪੇ ਨੇ ਇਹਨੂੰ ਸੁਨਹਿਰੀ ਮੌਕਾ ਸਮਝਿਆ ਕਿ ਹੁਣ ਜਿਹੜਾ ਆ ਜਿਵੇਂ ਤੱਤੇ ਘਾਹ ਵੀ ਆਪਣਾ ਕੰਮ ਕਰ ਲੈਂਦੇ, ਉਹ ਕਹਿਣ ਲੱਗਾ ਕਿ ਮੀਂਹ ਕੀ ਪੈਣਾ ਆ, ਔੜ ਤੇ ਲੱਗਣੀ, ਅਜੇ ਪਤਾ ਨਹੀਂ ਕੀ ਸਾੜ ਸਤੀਆਂ ਆਉਣੀਆਂ ਨੇ, ਕਿ ਤੁਸੀਂ ਇੱਕ ਗ੍ਰਿਸ਼ਤੀ ਨੂੰ ਗੁਰੂ ਬਣਾ ਕੇ ਮੰਨ ਰਹੇ ਹੋ ਤੇ ਇਸ ਕਰਕੇ ਇਹ ਸਾਰਾ ਅਪਰਾਧ ਹੋ ਰਿਹਾ, ਤਾਂ ਕਰਕੇ ਔੜ ਲੱਗੀ ਆ। ਤੇ ਉਹ ਕਹਿੰਦਾ ਕਿ ਇਹਨੂੰ ਤੁਸੀਂ ਜੇ ਪਿੰਡੋਂ ਕੱਢ ਦਿਓ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਰੇ ਬੋਲਿਆ, ਤੇ ਮੈਂ ਮੀਂਹ ਪਵਾ ਦੂੰ 8 ਦਿਨਾਂ ਦੇ ਵਿੱਚ ਹੀ। ਉਹ ਮੀਂਹ ਕਿੱਥੋਂ ਪੈਣਾ ਸੀ? ਇਹੋ ਜਿਹੇ ਕੁਲੈਣੇ ਬੰਦੇ ਦੇ ਇਹੋ ਜਿਹੇ ਪਾਪ ਕਰਕੇ ਤੇ ਮੀਂਹ ਪੈਂਦਾ ਵੀ ਹਟ ਜਾਏ, ਮੀਂਹ ਨਾ ਪਿਆ। ਤੇ ਉਹਨਾਂ ਦਿਨਾਂ 'ਚ ਗੁਰੂ ਅਮਰਦਾਸ ਜੀ ਮਹਾਰਾਜ ਸ਼ਾਇਦ ਆਪਣੇ ਪਿੰਡ ਗਏ ਹੋਏ ਸੀ। ਜਦੋਂ ਆਏ ਤੇ ਉਹਨਾਂ ਨੇ ਵੇਖਿਆ ਕਿ ਬੜੀ ਹਾਹਾਕਾਰ ਮੱਚੀ ਹੋਈ
ਕਿ ਲੋਕ ਦੁਖੀ ਨੇ ਇਸ ਗੱਲੋਂ ਕਿ ਗੁਰੂ ਸਾਹਿਬ ਜੀ ਨੂੰ ਵੀ ਪਿੰਡੋਂ ਕਢਾਤਾ ਤੇ ਮੀਂਹ ਫਿਰ ਨਹੀਂ ਪਿਆ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਨੂੰ ਵੀ ਜਦੋਂ ਪਤਾ ਲੱਗਾ ਬੜੇ ਦੁਖੀ ਹੋਏ ਤੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਨੇ ਲੋਕਾਂ ਨੂੰ ਸਮਝਾਇਆ ਕਿ ਵਾਹਿਗੁਰੂ ਦੇ ਭਾਣੇ ਚ ਉਹਦੇ ਹੁਕਮ ਚ ਹੀ ਆ ਸਾਰਾ ਕੁਝ, ਤੇ ਇਸ ਕਰਕੇ ਇਹ ਕਿਸੇ ਦੇ ਆਪਣੇ ਹੱਥ ਚ ਨਹੀਂ ਆ ਤੇ ਉਹਦਾ ਰਜ਼ਾ ਮੰਨਣੀ ਚਾਹੀਦੀ, ਪਰ ਤੁਸੀਂ ਬਹੁਤ ਅਪਰਾਧ ਕੀਤਾ ਆ। ਤੇ ਇਸ ਕਰਕੇ ਇਤਿਹਾਸ ਚ ਤੇ ਏਦਾਂ ਦਾ ਵੀ ਪੜ੍ਹਿਆ ਆ ਕਿ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਮੀਂਹ ਪੈ ਸਕਦਾ ਆ, ਤੁਸੀਂ ਸ਼ਾਮ ਤੋਂ ਪਹਿਲੋਂ ਤਪੇ ਨੂੰ ਜਿਹੜੇ ਜਿਹੜੇ ਖੇਤਾਂ ਚ ਲੈ ਜਾਓਗੇ ਉੱਥੇ ਉੱਥੇ ਮੀਂਹ ਪੈ ਜਾਊ। ਤੇ ਕਹਿੰਦੇ ਕਿ ਲੋਕਾਂ ਨੇ ਉਹਨੂੰ ਧੂ ਕੇ ਹੀ ਮਾਰ ਦਿੱਤਾ ਸੀਗਾ, ਉਹ ਤਪਾ ਮਰ ਗਿਆ। ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਗਏ ਉਦੋਂ ਤੇ ਅਜੇ ਗੁਰੂ ਅਮਰਦਾਸ ਜੀ ਗੁਰੂ ਨਹੀਂ ਸਨ ਬਣੇ, ਤੇ ਗੁਰੂ ਅੰਗਦ ਦੇਵ ਜੀ ਨੇ ਕਹਿੰਦੇ ਕਿ ਪਿੱਠ ਕਰ ਲਈ, ਗੁਰੂ ਅਮਰਦਾਸ ਜੀ ਨੂੰ ਦਰਸ਼ਨ ਨਹੀਂ ਦਿੱਤੇ। ਜਦੋਂ ਉਹਨਾਂ ਨੇ ਤਰਲਾ ਲਿਆ ਕਿ ਮਹਾਰਾਜ ਮੇਰੇ ਕੋਲ ਕੀ ਭੁੱਲ ਹੋਈ, ਤੇ ਸਤਿਗੁਰੂ ਜੀ ਨੇ ਕਿਹਾ ਕਿ ਮੀਂਹ ਅਸੀਂ ਵੀ ਪਵਾ ਸਕਦੇ ਸੀ, ਤੁਸੀਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਆ, ਤੇ ਇਸ ਕਰਕੇ ਇਹ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਆ। ਇਹ ਬਹੁਤ ਅਪਰਾਧ ਆ, ਉਹਦੇ ਭਾਣੇ ਨੂੰ ਮੰਨਣਾ ਜਿਹੜਾ ਇਹੋ ਹੀ ਉੱਚਾ ਉਪਦੇਸ਼ ਆ। ਤੇ ਕਹਿੰਦੇ ਨੇ ਕਿ ਫਿਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਮਾਫੀਆਂ ਮੰਗੀਆਂ ਤੇ ਉਥੋਂ ਭੁੱਲਾਂ ਬਖਸ਼ਾਈਆਂ। ਉਹਦਾ ਹੀ ਅਸਰ ਸੀਗਾ ਕਿ ਮੁੜ ਕੇ ਲੱਤਾਂ ਖਾ ਕੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਦੇ ਕੋਈ ਗੁੱਸਾ ਨਹੀਂ ਮਨ ਚ ਕੀਤਾ, ਰੱਬ ਦੀ ਰਜ਼ਾ ਮੰਨੀ। ਥੈਂਕ ਯੂ ਜੀ, ਥੈਂਕ ਯੂ ਫॉर ਸ਼ੇਅਰਿੰਗ दैट ਬਿਊਟੀਫੁਲ ਸਟੋਰੀ। ਦਿਲਜੀਤ, ਕੋਈ ਤੁਹਾਡੇ ਖਿਆਲ ਚ ਆਵੇ ਗੱਲ ਇਸੇ ਤਰ੍ਹਾਂ ਹੁਕਮ ਬਾਬਤ? ਇਹ ਜਿਹੜੀ ਤਪੇ ਦੀ ਸਟੋਰੀ ਹੈ, ਇਹ ਆਮ ਲੋਕਾਂ ਨੂੰ ਪਤਾ ਹੈ, ਉਹਨਾਂ ਨੂੰ ਵਾਕਫੀਅਤ ਹੈ ਇਸ ਬਾਬਤ? ਕਿਉਂਕਿ ਇੱਕ ਮੇਰੇ ਕੋਲ ਸ਼ਬਦ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਬਾਬਤ। ਗ੍ਰੰਥ ਸਾਹਿਬ ਵਿੱਚ ਸ਼ਬਦ ਤਪੇ ਦੇ ਬਾਰੇ ਇਹ ਸਟੋਰੀ ਮੈਂ ਪਿੱਛੇ ਜੇ ਥੋੜੇ ਦਿਨ ਪਹਿਲਾਂ ਹੀ ਪੜ੍ਹੀ ਵੀ ਸੀਗੀ। ਤੇ ਭਾਈ ਸਾਹਿਬ ਨੇ ਬੜੀ ਸੋਹਣੀ ਤਰ੍ਹਾਂ ਇਹ ਸਾਰੀ ਐਕਸਪਲੇਨ ਕੀਤੀ ਹੈ। ਮੇਰਾ ਮਤਲਬ ਹੈ ਲੋਕਾਂ ਨੂੰ ਇਹ ਤਪੇ ਦੀ ਬਾਬਤ ਸਟੋਰੀ ਗੁਰਸ਼ਾਨੀ ਪਤਾ ਹੈ, ਪਰ ਹਾਂਜੀ ਮੇਰਾ ਖਿਆਲ ਆ ਵੀ ਜਿਹੜੇ ਗੁਰਦੁਆਰੇ ਜਾਂਦੇ ਆ ਸ਼ਾਮ ਨੂੰ, ਜਿਹੜੀ ਭਾਈ ਸਾਹਿਬ ਉਹਨਾਂ ਨੇ ਦੱਸਿਆ ਇਹ ਕਥਾ ਹੁੰਦੀ ਹੈ ਸੂਰਜ ਪ੍ਰਕਾਸ਼ ਦੇ ਵਿੱਚ। ਤੇ ਮੈਨੂੰ ਇਹ ਦੱਸੋ ਫਿਰ ਉਹ ਜਿਹੜੇ ਅਖਬਾਰ ਆ ਇੰਡੀਅਨ ਇੰਨੇ ਪੰਜਾਬੀ ਦੇ ਅਖਬਾਰ ਆ, ਉਹਨਾਂ ਦੇ ਹੁੰਦਾ ਫਲਾਨਾ ਜੋਸ਼ੀ ਐਂ ਕਰ ਰਿਹਾ, ਫਲਾਨਾ ਉਹ ਕਰ ਦੂਗਾ, ਫਲਾਨਾ ਉਹ ਤੁਹਾਡਾ ਮੁਸ਼ਕਲ ਹੱਲ ਕਰ ਦੂਗਾ, ਉਹ ਫਿਰ ਲੋਕ ਕਿਉਂ ਉਹਨਾਂ ਮਗਰ ਭੱਜੇ ਫਿਰਦੇ ਆ? ਉਹਨਾਂ ਬਾਰੇ ਲੋਕ ਇਸ ਕਰਕੇ ਭੱਜਦੇ ਆ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਜਿਹੜਾ ਪੜੂਗਾ ਵਿਚਾਰੂਗਾ ਉਹਨੂੰ ਪਤਾ ਲੱਗੂਗਾ। ਜਿਹੜੇ ਸਾਡੇ ਬੰਦੇ ਮੋਸਟਲੀ ਪਹਿਲੀ ਗੱਲ ਤਾਂ 100 ਚੋਂ 90% ਪੜ੍ਹਦੇ ਨਹੀਂ ਮੇਰੇ ਖਿਆਲ ਮੁਤਾਬਕ। ਕਿਸੇ ਵੀ ਬੰਦੇ ਨੂੰ ਜਾ ਕੇ ਪੁੱਛ ਕੇ ਦੇਖ ਲਓ, ਹੁਣ ਤੁਸੀਂ ਆਪਣੇ ਘਰ 'ਚ ਹੀ ਦੇਖ ਲਓ ਬਈ ਲੇਡੀ ਨੂੰ ਵੈਸੇ ਬਾਊ ਜੀ ਵੈਸੇ ਹੀ ਡਰਾਉਂਦੇ ਸੀ ਗਲਤ ਪੜੋਗੇ ਤਾਂ ਪਾਪ ਲੱਗੂਗਾ। ਅੱਜ ਹੀ ਮੇਰੀ ਕੈਲੀਫੋਰਨੀਆ ਗੱਲ ਹੋ ਰਹੀ ਸੀ, ਬਲਵੰਤ ਪਾਠ ਕਰ ਰਹੀ ਸੀ, ਮੈਂ ਵੈਸੇ ਦੱਸਣ ਲੱਗਿਆ 1350 ਅੰਗ ਤੋਂ 1360 ਅੰਗ ਤੱਕ ਇੰਨਾ ਔਖਾ ਪਾਠ ਆ ਜਿਹਨੂੰ ਮਹਿੰਗੀ ਬਾਣੀ ਕਹਿੰਦੇ ਆ ਕਿ ਹਰੇਕ ਬੰਦਾ ਪੜ੍ਹ ਨਹੀਂ ਸਕਦਾ ਕਬੀਰ ਜੀ ਦੇ ਸਲੋਕਾਂ ਤੋਂ ਪਹਿਲਾਂ। ਠੀਕ, ਤੇ ਇਸ ਤਰ੍ਹਾਂ ਹੀ ਆ ਮੰਨ ਲਓ ਲੋਕ ਵਹਿਮ ਬੜਾ ਪਾਉਂਦੇ। ਦਲਜੀਤ ਤੇਰਾ ਕੀ ਖਿਆਲ ਹੈ? ਇਹ ਬਿਲਕੁਲ ਠੀਕ ਹੈ ਇਹ ਗੱਲ, ਬਈ ਉਹ ਕਹਿ ਦਿੰਦੇ ਆ ਜੀ ਲਗਾ ਮਾਤਰਾਂ ਦੀ ਗਲਤੀ ਹੋ ਜੂਗੀ ਤੇ ਪਾਠ ਕਲੀਅਰ ਨਹੀਂ ਕਰਨਗੇ, ਇਸ ਕਰਕੇ ਪਾਠੀ ਸਿੰਘਾਂ ਤੋਂ ਕਰਾਓ, ਬੇਅਦਬੀ ਹੋ ਜੂਗੀ। ਪਰ ਜੇ ਕਰਾਂਗੇ ਨਹੀਂ ਤਾਂ ਫਿਰ ਉਹ ਆਊਗਾ ਕਿਸ ਤਰ੍ਹਾਂ, ਹੈਨਾ? ਬਿਲਕੁਲ, ਹਾਂਜੀ ਹਾਂਜੀ ਸਹੀ ਗੱਲ ਹੈ। ਮੇਰੇ ਘਰ ਵਿੱਚ ਇੱਥੇ ਮੇਰੀ ਗ੍ਰੈਂਡ ਡਾਟਰ ਆ ਬਾਣੀ, ਸ਼ਾਮ ਨੂੰ ਅਸੀਂ ਸਾਰੇ ਬਹਿ ਕੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਤੇ ਕਦੇ ਕਦੇ ਹੁਕਮਨਾਮਾ ਉਹ ਲੈਂਦੀ ਸੁੱਖ ਹਸਨ ਕਰਨ ਤੋਂ ਪਹਿਲਾਂ, ਤੇ ਉਹ ਲੈਂਦੀ ਹੁੰਦੀ ਆ, ਕਾਫੀ ਠੀਕ ਵੀ ਪੜ੍ਹ ਲੈਂਦੀ ਆ ਪਰ ਵਿੱਚ ਨਹੀਂ ਵੀ ਪੜ੍ਹ ਸਕਦੀ ਕਿਉਂਕਿ ਹਲੇ ਛੋਟੀ ਆ, ਬਹੁਤ ਛੋਟੀ ਹੈ। ਹਾਂਜੀ ਬਹੁਤ ਛੋਟੀ ਹੈ, 12 ਸਾਲ ਦੀ 13 ਸਾਲ ਦੀ। ਪਰ ਫਿਰ ਉਹ ਜੇ ਆਪਾਂ ਲਾਵਾਂਗੇ ਨਹੀਂ ਤਾਂ ਫਿਰ ਆਏਗਾ ਕਿਸ ਤਰ੍ਹਾਂ? ਦੈਟਸ ਰਾਈਟ, ਇਹ ਗੱਲ ਵਾਕਿਆ ਹੀ ਠੀਕ ਹੈ। ਜਦੋਂ ਅਸੀਂ ਛੋਟੇ ਸੀ ਨਾ ਗਿਆਨੀ ਜੀ ਪਾਠ ਨਹੀਂ ਕਰਨ ਦਿੰਦੇ ਸੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਨਹੀਂ ਜਾਣਾ ਤੁਸੀਂ, ਆਖੇ ਤੇ ਗਲਤੀ ਹੋ ਜੂਗੀ, ਬੇਅਦਬੀ ਹੋ ਜੂਗੀ। ਤੇ ਇਸ ਤਰ੍ਹਾਂ ਦੀ ਗੱਲ ਹੈ ਕਿ ਵੀ ਇੱਕ ਵਾਰੀ ਮੈਨੂੰ ਬੜਾ ਗੁੱਸਾ ਲੱਗਿਆ, ਮੈਂ ਕਿਸੇ ਤੋਂ ਬਗੈਰ, ਮੇਰੇ ਖਿਆਲ ਮੈਂ ਹਾਈ ਸਕੂਲ 'ਚ ਹੁੰਦਾ ਸੀ, ਗਰਮੀ ਦੀਆਂ ਛੁੱਟੀਆਂ ਸੀਗੀਆਂ, ਮੈਂ ਕਿਹਾ ਬਈ ਮੇਰੇ ਮਨ 'ਚ ਬੜਾ ਸ਼ੌਕ ਸੀਗਾ ਵੀ ਦੇਖਣਾ ਵਿੱਚ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ।
ਮੈਂ ਉੱਤੇ ਬਗੈਰ ਕਿਸੇ ਮਰਿਆਦਾ ਤੋਂ ਸਿੱਧੀ ਅਰਦਾਸ ਕੀਤੀ ਤੇ ਸ਼ੁਰੂ ਕਰ ਲਿਆ ਇੱਕ ਓਂਕਾਰ ਤੋਂ। ਜਦੋਂ ਭੋਗ ਪੈਣ ਨਾਲ ਦੇ ਨੇੜੇ ਆ ਗਿਆ ਨਾ, ਫਿਰ ਮੈਂ ਆ ਕੇ ਘਰੇ ਦੱਸਿਆ ਕਿ ਮੈਂ ਇਸ ਤਰ੍ਹਾਂ ਕਰਕੇ ਪਾਠ ਸ਼ੁਰੂ ਕੀਤਾ, ਹੁਣ ਉਹਦਾ ਭੋਗ ਪਾਉਣਾ ਵਾ। ਉਹ ਸਾਰੇ ਬੜੇ ਹੈਰਾਨ ਹੋਣ, ਸੋਚਦੇ ਸੀਗੇ ਵੀ ਕਿੱਥੇ ਜਾਂਦਾ ਹੈ, ਦਿਨ ਦੇ 2 ਘੰਟੇ ਡਿਸਅਪੀਅਰ ਹੋ ਜਾਂਦਾ ਸੀ ਮੈਂ ਗੁਰਦੁਆਰੇ। ਤੇ ਕੋਈ ਬਾਬਾ ਜਿਹੜਾ ਸੀਗਾ ਉਹ ਮਾਈਂਡ ਨਹੀਂ ਕਰਦਾ ਸੀ ਮੈਨੂੰ, ਉਹਨੇ ਪਾਠ ਕਰਨ ਲਈ ਇਜਾਜ਼ਤ ਦੇਤੀ। ਨਹੀਂ ਤਾਂ ਕੀ ਆ, ਆਮ ਲੋਕ ਨੇੜੇ ਨਹੀਂ ਲੱਗਣ ਦਿੰਦੇ, ਬਾਜੇ ਨੂੰ ਤਾਂ ਨਹੀਂ ਹੱਥ ਲਾਉਣ ਦਿੰਦੇ, ਢੋਲਕੀ ਨੂੰ ਤਾਂ ਨਹੀਂ, ਨਾ ਕੋਈ ਹੋਰ ਪਾਸੇ ਮਤਲਬ ਡਿਸਕਰੇਜ ਕੀਤਾ ਜਾਂਦਾ, ਬਜਾਏ ਕਿ ਵੀ ਅਸੀਂ ਗਾਂ ਦੀ ਗਾਂ ਖੋਜ ਵਿਚਾਰ ਦੀ ਆਦਤ ਸਾਡੀ ਬਣੇ। ਕੀ ਖਿਆਲ ਹੈ ਗੁਸ਼ਾਨ ਜੀ? ਬਿਲਕੁਲ ਠੀਕ ਕਿਹਾ ਜੀ ਤੁਸੀਂ, ਬਈ ਖੋਜ ਵਿਚਾਰ ਤਾਂ ਇੱਕ ਪਾਸੇ ਸਾਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ। ਅੱਜ ਕੱਲ੍ਹ ਤਾਂ ਮੈਂ ਹੁਣ ਦੱਸਾਂ ਬਈ ਕਿੰਨੇ ਤਾਂ ਗੁਰੂ ਗ੍ਰੰਥ ਸਾਹਿਬ ਤੇ ਰੁਮਾਲੇ ਚੜਾ ਦਿੰਦੇ ਆ, ਪਹਿਲਾਂ ਚਿੱਟਾ ਰੁਮਾਲਾ, ਫਿਰ ਦੂਜਾ, ਫਿਰ ਤੀਜਾ, ਇਸ ਤਰ੍ਹਾਂ ਕਰਕੇ। ਇਹਨੂੰ ਪੜ੍ਹਨ ਵਾਸਤੇ ਅੱਗੇ ਇੱਕ ਰੁਮਾਲਾ ਹੁੰਦਾ ਸੀ, ਉਹ ਵੀ ਬਈ ਉੱਤੇ ਮਿੱਟੀ ਵਗੈਰਾ ਨਾ ਆਵੇ ਜਾਂ ਕੋਈ ਹੋਰ ਸਾਫ ਸੁਥਰਾ ਗੁਰੂ ਗ੍ਰੰਥ ਸਾਹਿਬ ਦੀ। ਅੱਜ ਕੱਲ੍ਹ ਤਾਂ ਦਿਖਾਵਾ ਬਹੁਤ ਹੋ ਗਿਆ, ਵੱਡੇ ਵੱਡੇ ਰੁਮਾਲੇ ਚੜਾ ਦਿਓ, ਜੋ ਮਰਜ਼ੀ ਕਰੋ, ਪਰ ਪੜ੍ਹਨ ਵਾਸਤੇ ਕੋਈ ਉਕਸਾਉਂਦਾ ਨਹੀਂ, ਨਾ ਕੋਈ ਵਿਚਾਰ ਕਰਦਾ। ਵੈਰੀ ਸੈਡ ਸਿਚੁਏਸ਼ਨ। ਦਿਲਜੀਤ, ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ। ਹਾਂਜੀ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨ ਅਕਸਰ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਹਰ ਗੁਰਸਿੱਖ ਸੁਣਦਾ ਹੀ ਆ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਭਾਣੇ ਰਾਮ ਰਾਜੇ। ਕਿ ਜੇ ਅੰਦਰ ਆਤਮਾ ਸ਼ੁੱਧ ਆ, ਪਿਆਰ ਆ ਗੁਰੂ ਦੇ ਚਰਨਾਂ ਨਾਲ, ਤੇ ਬਾਹਰੀ ਤੌਰ ਤੇ ਸ਼ਬਦ ਜੇ ਕਿਤੇ ਉਚਾਰਨ ਨਹੀਂ ਵੀ ਠੀਕ ਹੁੰਦਾ, ਤੇ ਵਾਹਿਗੁਰੂ ਜੀ ਦੀ ਨਜ਼ਰ ਦੇ ਵਿੱਚ, ਗੁਰੂ ਦੀ ਨਜ਼ਰ ਚ ਉਹ ਫਿਰ ਵੀ ਚੰਗੇ ਆ ਨਾ ਪੜ੍ਹਨ ਨਾਲੋਂ। ਜਿਹੜੀ ਇਹ ਜਿਹੜਾ ਡਰਾਇਆ ਜਾਂਦਾ, ਇਹਦੇ ਚ 2 ਗੱਲਾਂ ਆ। ਇੱਕ ਪੱਖ ਚੰਗਾ ਆ, ਉਹ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਆ, ਇਹਦੀ ਜਿਹੜੀ ਵਿਆਕਰਨ ਆ ਸਾਰੀ ਲਗਾ ਮਾਤਰਾ ਚ ਆ, ਤੇ ਜੇ ਉਹਨਾਂ ਦਾ ਧਿਆਨ ਨਾ ਰੱਖਿਆ ਜਾਏ ਤੇ ਕਈ ਵਾਰਾਂ ਅਰਥਾਂ ਦੇ ਅਨਰਥ ਵੀ ਹੋ ਸਕਦੇ ਆ। ਪਰ ਦੂਸਰਾ ਪੱਖ ਇਹਦਾ ਇਹ ਆ ਜਿਹੜਾ ਰੋਕਿਆ ਜਾਂਦਾ ਆ ਜਾਂ ਡਰਾਇਆ ਜਾਂਦਾ, ਕਿਉਂਕਿ ਹਰ ਬੰਦੇ ਨੂੰ ਜਿਹੜਾ ਆਪਣਾ ਰੁਜ਼ਗਾਰ ਜਿਹੜਾ ਆ ਉਹਦੀ ਚਿੰਤਾ ਹੁੰਦੀ, ਇਜਾਰੇਦਾਰੀ ਜਿਹੜੀ ਆ ਨਾ ਕਿ ਸਾਡਾ ਹੀ ਅਧਿਕਾਰ ਰਵੇ, ਇਹ ਭਾਵਨਾ ਜਿਹੜੀ ਆ ਦੂਸਰਿਆਂ ਨੂੰ ਦੂਰ ਰੱਖਦੀ ਆ। ਤਪਿਆਂ ਨੂੰ ਵੀ ਇਹੋ ਹੀ ਤਕਲੀਫ ਸੀਗੀ। ਗੁਰੂ ਰਾਮਦਾਸ ਜੀ ਮਹਾਰਾਜ ਦੇ ਕਿੰਨੇ ਹੀ ਸ਼ਬਦ ਵਾ ਇਹਨਾਂ ਤਪਿਆਂ ਬਾਰੇ, ਜਿੱਥੇ ਉਹ ਕਹਿੰਦੇ ਆ ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਮਾਲਿਆ। ਤੇ ਉਹ ਕਿਉਂਕਿ ਇਹਨਾਂ ਨੂੰ ਬਹੁਤੀ ਉਦੋਂ ਤਕਲੀਫ ਹੁੰਦੀ ਸੀਗੀ, ਜਾਂ ਜਿਹੜੇ ਪੰਡਿਤ ਲੋਕ ਸੀ ਉਹਨਾਂ ਨੇ ਵੀ ਇਹੋ ਹੀ ਵਿਦਿਆ ਦਾ ਅਧਿਕਾਰ ਕਿ ਕੇਵਲ ਬ੍ਰਾਹਮਣ ਨੂੰ ਆ। ਤੇ ਉਹੋ ਜਿਹਾ ਹੀ ਸਾਡੇ ਵਿੱਚ ਬਣ ਗਿਆ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹਰ ਸਿੱਖ ਨੂੰ ਆਪ ਹੀ ਪੜ੍ਹਨੀ ਚਾਹੀਦੀ ਆ, ਉਹ ਵਿਚਾਰਨੀ ਚਾਹੀਦੀ। ਜਿਹੜਾ ਨਹੀਂ ਪੜ੍ਹ ਸਕਦਾ, ਉਹ ਕਿਸੇ ਗੁਰਮੁਖ ਕੋਲੋਂ, ਕਿਸੇ ਬਾਣੀ ਪੜ੍ਹਨ ਵਾਲੇ ਕੋਲੋਂ ਸੁਣ ਲਵੇ, ਵਿਚਾਰ ਸੁਣ ਲਵੇ ਗੁਰਦੁਆਰਿਆਂ 'ਚ। ਇਸੇ ਕਰਕੇ ਇਹ ਇੰਤਜ਼ਾਮ ਕੀਤੇ ਆ ਕਿ ਅੰਮ੍ਰਿਤ ਵੇਲੇ ਸ਼ਾਮ ਨੂੰ ਜਿਹੜੇ ਦੀਵਾਨ ਸਜਦੇ ਆ। ਤੇ ਇਹ ਗੱਲ ਬੜੀ ਘਟੀਆ ਆ ਕਿ ਜਿਹੜਾ ਵੀ ਬਾਣੀ ਤੋਂ ਰੋਕਣਾ ਆ। ਹਰ ਇੱਕ ਨੂੰ ਪੜ੍ਹਨੀ ਚਾਹੀਦੀ ਆ, ਹਰ ਇੱਕ ਨੂੰ ਆਪ ਪੜ੍ਹ ਕੇ, ਆਪ ਵਿਚਾਰ ਕੇ ਤੇ ਉਹਦਾ ਅਮਲ ਕਰਨਾ ਚਾਹੀਦਾ। ਥੈਂਕ ਯੂ ਜੀ। ਦਲਜੀਤ, ਤੇਰਾ ਕੀ ਖਿਆਲ ਹੈ ਇਹਨਾਂ ਬਾਬਤ? ਹਾਂਜੀ, ਬਿਲਕੁਲ ਠੀਕ ਹੈ। ਉਹ ਆਪੇ ਪੜ੍ਹਨੀ ਚਾਹੀਦੀ। ਥੋੜਾ ਕਰ ਲਓ ਪਾਠ ਗੁਰੂ ਗ੍ਰੰਥ ਸਾਹਿਬ ਦਾ। ਜੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤਾਂ ਜ਼ਰੂਰ ਗੁਰੂ ਗ੍ਰੰਥ ਸਾਹਿਬ ਤੋਂ ਕਰੋ, ਨਹੀਂ ਤੁਸੀਂ ਗੁਟਕੇ ਤੋਂ ਕਰ ਲਓ, ਜਾਂ ਅੱਜ ਕੱਲ ਤਾਂ ਆਈਪੈਡ ਬਣੇ ਹੋਏ ਨੇ, ਸੈੱਲ ਫੋਨ ਤੇ ਆਈ ਗੁਰਬਾਣੀ ਨਾ, ਤੁਸੀਂ ਜਿੱਥੋਂ ਮਰਜ਼ੀ। ਇਹ ਦੱਸੋ ਦਲਜੀਤ, ਤੇਰਾ ਕਿਸ ਤਰ੍ਹਾਂ ਹੋਇਆ ਸ਼ੁਰੂਆਤ ਗੁਰਬਾਣੀ ਪੜ੍ਹਨ ਦੀ? ਮੇਰੀ ਸ਼ੁਰੂਆਤ ਜਿਹੜੀ ਹੋਈ ਆ ਕਿ ਸਾਡੇ ਘਰ ਦੇ ਵਿੱਚ ਮੇਰੇ ਬਾਊ ਜੀ, ਫਾਦਰ ਸਾਹਿਬ ਆਪਣੇ, ਉਹ ਸਹਿਜ ਪਾਠ ਮੋਸਟਲੀ ਉਹ ਤੋਰੀ ਰੱਖਦੇ ਸੀਗੇ, ਤੇ ਉਹਨਾਂ ਦੇ ਨਾਲ ਮੈਂ ਵੀ ਪਾਠ ਕਰਦੀ ਹੁੰਦੀ ਸੀਗੀ ਉਹ ਗੁਰੂ ਗ੍ਰੰਥ ਸਾਹਿਬ ਤੋਂ। ਤੇ ਮੈਨੂੰ ਉਹ ਸੁਣਦੇ ਹੁੰਦੇ ਸੀ ਕਦੇ ਕਦੇ ਮੇਰਾ, ਤੇ ਮੈਨੂੰ ਫਿਰ ਬਸ ਆਪੇ ਆ ਗਿਆ। ਜਾਂ ਸਵੇਰੇ ਫਿਰ ਮੈਂ ਪਾਠ ਕਰਦੀ ਹੁੰਦੀ ਸੀ, ਬਾਊ ਜੀ ਜਲਦੀ ਉੱਠਦੇ ਹੁੰਦੇ ਸੀ ਤੜਕੇ, ਮੈਂ ਵੀ ਉੱਠ ਜਾਂਦੀ ਸੀ ਉਹਨਾਂ ਦੇ ਨਾਲ ਕਈ ਵਾਰੀ। ਤੇ ਜਪਜੀ ਸਾਹਿਬ, ਜਾਪ ਸਾਹਿਬ, ਤੇ ਪ੍ਰਸਾਦ ਸਵਈਏ ਜਿਵੇਂ
ਪਾਠ ਕਰਦੇ ਸੀ, ਬਸ ਫਿਰ ਮੈਨੂੰ ਉਸ ਤਰ੍ਹਾਂ ਆਪਣੇ ਆਪ ਆ ਗਿਆ। ਗੁੱਡ। ਗੁਰਸ਼ਾਨੀ ਤੇਰਾ ਕਿਵੇਂ ਸ਼ੁਰੂ ਹੋਇਆ? ਅਸੀਂ ਜੀ ਮੁੱਲਾਂਪੁਰ ਤਾਇਆ ਜੀ ਹੁਣੀ ਬਾਜੇ ਤੇ ਪੰਜਾਂ ਬਾਣੀਆਂ ਦਾ ਪਾਠ ਕਰਦੇ ਹੁੰਦੇ ਸੀ। ਹਾਂਜੀ। ਅਸੀਂ ਉਹਨਾਂ ਦੇ ਘਰੇ ਜਾਂਦੇ ਹੁੰਦੇ ਸੀ। ਹੂੰ ਦਲਜੀਤ ਤਾਂ ਮੁੱਲਾਂਪੁਰ ਜਦੋਂ ਗੁਰਪੁਰਬ ਹੁੰਦੇ ਸੀ, ਦਲਜੀਤ ਤੇ ਅਜਮੇਰ ਤਾਂ ਦੋਨੇ ਜਣੇ ਰੌਲ ਬਹੁਤ ਵਧੀਆ ਲਾਉਂਦੇ ਸੀ। ਤਾਂ ਜਦੋਂ ਲੋਕੀ ਸੁਣਨ ਆਉਂਦੇ ਸੀ, ਸੰਗਤ ਸੁਣਦੀ ਸੀ, ਇਹਨਾਂ ਨੂੰ ਸਪੈਸ਼ਲ ਲਾਇਆ ਜਾਂਦਾ ਸੀ, ਦਲਜੀਤ ਤੇ ਅਜਮੇਰ ਨੂੰ। ਵੈਰੀ ਨਾਈਸ। ਮੈਨੂੰ ਤਾਂ ਜਦੋਂ ਕਿਸੇ ਨੇ ਇਸ ਪਾਸੇ ਲਾਇਆ ਹੀ ਨਹੀਂ। ਮੈਂ ਤਾਂ ਸਿਰਫ ਆਪਣੇ ਬੀਜੀ ਤੋਂ ਸਿੱਖਿਆ ਹੈਗਾ ਪਾਠ ਕਰਨਾ ਜਪਜੀ ਸਾਹਿਬ ਦਾ। ਪੁਰਾਣਾ ਵੀ ਬੀਜੀ ਤੋਂ ਹੀ ਸਿੱਖਿਆ, ਜਮਾ ਮਨਫੀ ਕਰਨਾ ਸਾਰਾ ਕੁਝ ਬੀਜੀ ਤੋਂ ਹੀ ਸਿੱਖਿਆ। ਤੇ ਨਹੀਂ ਤਾਂ ਉਹ ਗੁੜ ਕੇ ਪੰਜਾਬ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਬੀਜੀ ਤੋਂ ਹੀ ਸਿੱਖਿਆ ਘਰੇ। ਤੇ ਹੋਰ ਤਾਂ ਕੋਈ ਸਿਖਾਉਣ ਵਾਲਾ ਹੈ ਹੀ ਨਹੀਂ ਸੀ ਆਲੇ ਦੁਆਲੇ। ਇੱਕ ਗੱਲ ਹੋਰ, ਜਦੋਂ ਪਾਠ ਰੱਖਦੇ ਸੀ ਪਹਿਲਾਂ 5 ਗ੍ਰੰਥੀ, ਮਤਲਬ ਸਿਰਫ ਕੱਲੀ ਜਪਜੀ ਸਾਹਿਬ ਦਾ ਪਾਠ ਨਾਲ ਰੱਖਦੇ ਹੁੰਦੇ ਸੀ। ਅਸੀਂ ਉਦੋਂ ਵੀ ਜਦੋਂ ਪਾਠ ਕਰਦੇ ਸੀ, ਅਸੀਂ ਛੋਟੇ ਜਪਜੀ ਸਾਹਿਬ ਦਾ ਪਾਠ ਉੱਥੇ ਵੀ ਕਰਦੇ ਰਹੇ। ਫਿਰ ਜਦੋਂ ਅਸੀਂ ਅਮਰੀਕਾ ਆਏ ਹਾਂ ਤਾਂ ਕੈਂਸਰ ਸਿਟੀ ਪਾਠ ਕਰਨ ਵਾਲਾ ਕੋਈ ਨਹੀਂ ਸੀ, ਤਾਂ ਅਸੀਂ ਆਪ ਹੀ ਰੋਲ ਲਾ ਕੇ ਪਾਠ ਕਰਦੇ ਹੁੰਦੇ ਸੀ। ਬਿਊਟੀਫੁਲ। ਹੌਲੀ ਹੌਲੀ ਜਾਨੀ ਤਜਰਬਾ ਹੁੰਦਾ ਗਿਆ ਇਸ ਪਾਸੇ। ਹਾਂਜੀ ਹਾਂਜੀ, ਠੀਕ ਹੈ। ਅੱਛਾ, ਗੁਰੂ ਅੰਗਦ ਦੇਵ ਜੀ ਬਾਬਤ ਇੱਕ ਤਾਂ ਹੋਇਆ ਵੀ ਉਹਨਾਂ ਨੇ ਅਲਫਾਬੈਟ ਜਿਹੜੀ ਪੰਜਾਬੀ ਲਿਪੀ ਜਿਹੜੀ ਉਹਨੂੰ ਇਹ ਵੀ ਕਿਹਾ ਜਾਂਦਾ ਵੀ ਉਹਨਾਂ ਨੇ ਜਨਮ ਸਾਖੀ ਲਿਖਵਾਈ ਗੁਰੂ ਨਾਨਕ ਦੇਵ ਜੀ ਦੀ। ਇਹਦੇ ਬਾਬਤ ਕੀ ਵਿਚਾਰ ਹੈ ਭਾਈ ਸਾਹਿਬ, ਤੁਸੀਂ ਸੁਣੀ ਇਹ ਗੱਲ? ਹਾਂਜੀ, ਸੁਣੀ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਜੀਵਨ ਸਾਖੀ ਆ ਕਿ ਉਹ ਲਿਖਾਈ ਗੁਰੂ ਅੰਗਦ ਦੇਵ ਜੀ ਨੇ ਭਾਈ ਪੈੜੇ ਮੋਖੇ ਨੂੰ ਲਿਖਾਰੀ ਲਾ ਕੇ ਤੇ ਜ਼ਰੂਰ ਲਿਖਾਈ ਹੋਊਗੀ, ਪਰ ਉਹ ਅਸਲੀ ਜਨਮ ਸਾਖੀ ਜਿਹੜੀ ਆ ਉਹ ਹੁਣ ਪਤਾ ਨਹੀਂ ਮਿਲਦੀ ਨਹੀਂ, ਜਾਂ ਉਦਾਂ ਚ ਰਲੇ ਹੋ ਗਏ ਬਹੁਤ ਸਾਰੇ। ਤੇ ਖਾਸ ਕਰਕੇ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਆ ਉਹਦੇ ਵਿੱਚ ਕਾਫੀ ਕੁਝ ਜਿਹੜਾ ਆ ਉਹ ਕਹਿੰਦੇ ਨੇ ਵੀ ਗੁਰਮਤ ਦੇ ਨਿਯਮਾਂ ਤੋਂ ਉਲਟ ਕਈ ਤਰ੍ਹਾਂ ਦੀਆਂ ਕਹਾਣੀਆਂ ਸਾਖੀਆਂ ਜਿਹੜੀਆਂ ਪਰ ਲਿਖਾਈ ਗਈ ਗੁਰੂ ਅੰਗਦ ਦੇਵ ਜੀ ਵੱਲੋਂ। ਤੇ ਮੈਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਕਿਉਂਕਿ ਜੀਵਨ ਅਸੀਂ ਵਿਚਾਰ ਰਹੇ ਆ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਬਹੁਤ ਕੁਛ ਐਸਾ ਮਿਲਦਾ। ਇੱਕ ਇੱਕ ਗੱਲ ਕਹਿੰਦੇ, ਇੱਕ ਵਾਰ ਉਹਨਾਂ ਦੇ ਕੋਲ ਕੋਈ ਜੋਗੀ ਆਇਆ। ਹਾਂਜੀ। ਤੇ ਜੋਗੀਆਂ ਨੂੰ ਰਿੱਧੀਆਂ ਸਿੱਧੀਆਂ ਦਾ ਮਾਣ ਤੇ ਹੁੰਦਾ ਹੀ ਸੀਗਾ, ਪਰ ਉਹ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਵਰਤਾਓ ਵੇਖ ਕੇ ਕਿ ਸਾਰਿਆਂ ਨਾਲ ਇੱਕੋ ਜਿਹਾ ਹੋ ਰਿਹਾ। ਗੁਰੂ ਕਾ ਲੰਗਰ ਬੜਾ ਸ਼ਾਨਦਾਰ, ਉਹ ਤੇ ਪਹਿਲੇ ਜ਼ਿਕਰ ਹੋ ਹੀ ਚੁੱਕਾ ਮਾਤਾ ਖੀਵੀ ਜੀ ਦਾ। ਤੇ ਉਹ ਪਹਿਲੋਂ ਤੇ ਗੁਰੂ ਸਾਹਿਬ ਜੀ ਨੂੰ ਕੁਝ ਉਪਦੇਸ਼ ਦੇਣ ਲੱਗਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਨੰਦ ਸੇਵਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਿਮੇਓ, ਤਿੰਨ ਕੋ ਕਿਹਾ ਉਪਦੇਸੀਆ ਜਿਨ ਗੁਰੂ ਨਾਨਕ ਦੇਵ, ਕਿ ਜਿਹਦਾ ਗੁਰੂ ਨਾਨਕ ਦੇਵ ਆ ਉਹਨੂੰ ਕਿਸੇ ਹੋਰ ਦੇ ਉਪਦੇਸ਼ ਦੀ ਜ਼ਰੂਰਤ ਨਹੀਂ। ਖੈਰ ਉਹ ਜੋਗੀ ਕਈ ਦਿਨ ਰਿਹਾ, ਜਦੋਂ ਜਾਣ ਲੱਗਾ ਤੇ ਉਹਨੇ ਵੇਖਿਆ ਕਿ ਨਾ ਇਹਦੇ ਨਾਲ ਲੰਗਰ ਦੇ ਨਾਲ ਕੋਈ ਜਗੀਰ, ਰੋਜ਼ ਕਿੰਨੇ ਲੋਕ ਲੰਗਰ ਛਕਦੇ ਨੇ, ਸਭ ਨੂੰ ਬੜਾ ਪਿਆਰ ਮਿਲਦਾ। ਤੇ ਉਹਨੇ ਸੋਚਿਆ ਕਿ ਮੈਂ ਕੁਝ ਵਰ ਦੇ ਦੇਵਾਂ ਤੇ ਗੁਰੂ ਨਾਨਕ ਅੰਗਦ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ ਕਿ ਤੁਸੀਂ ਕੁਛ ਮੰਗ ਲਵੋ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਕੋਈ ਘਾਟਾ ਨਹੀਂ। ਉਹ ਤਾਂ ਵੀ ਹੱਠ ਕਰਨ ਲੱਗਾ ਕਿ ਜ਼ਰੂਰ ਮੰਗੋ। ਜਦੋਂ ਉਹਨੇ ਜ਼ਰੂਰ ਕਿਹਾ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਵੀ ਜੇ ਜ਼ਰੂਰ ਤੁਰਠੇ ਹੋ ਤੇ ਫਿਰ ਸਾਨੂੰ ਗਰੀਬੀ ਭਾਵ ਦੇ ਦਿਓ, ਭਾਵ ਗਰੀਬਾਂ ਨਾਲ ਪਿਆਰ ਕਰਨ ਦਾ ਜਿਹੜਾ ਇਹ ਦੇ ਦਿਓ। ਕਹਿੰਦੇ ਉਹ ਜੋਗੀ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ ਕਿ ਸਾਰਾ ਹੀ ਗਰੀਬੀ ਭਾਵ ਤੇ ਗੁਰੂ ਨਾਨਕ ਦੇਵ ਜੀ ਦੇ ਘਰ ਚ ਪਹਿਲਾਂ ਹੀ ਆ। ਬਿਊਟੀਫੁਲ ਬਿਊਟੀਫੁਲ। ਪਹਿਲਾਂ ਨਹੀਂ ਮੈਂ ਇਹ ਗੱਲ ਸੁਣੀ। ਤੇ ਇਸੇ ਤਰ੍ਹਾਂ ਮਤਲਬ ਗੁਰੂ ਅੰਗਦ ਦੇਵ ਜੀ ਦਾ ਜੀਵਨ ਜਿਹੜਾ ਸੀਗਾ ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਸੀਗਾ ਉਹਨੂੰ ਪੂਰੀ ਤਰੀਕੇ ਦੇ ਨਾਲ ਨਿਭਾਇਆ। ਤੇ ਉਹਦੇ ਵਿੱਚ ਹੋਰ ਇੰਪਰੂਵਮੈਂਟਸ ਲੈ ਕੇ ਆਉਂਦੀਆਂ, ਜਿਵੇਂ ਲੰਗਰ ਦੀ ਜਿਹੜੀ ਸੀਗੀ ਐਸਟੈਬਲਿਸ਼ ਕੀਤੀ ਬੀਬੀ ਖੀਵੀ ਦੇ ਰਾਹੀਂ, ਹੋਰ ਵੀ ਪ੍ਰਥਾ ਤੇ ਬਾਣੀ ਦੀ ਸੰਭਾਲ ਕਰਨੀ। ਤੇ ਨਾਲੇ ਫਿਰ ਇੱਕ ਕਹਿੰਦੇ ਸੀ ਗੁਰਸ਼ਰਨ ਜੀ ਕਿ ਵੀ ਉਹ ਮਹਾਰਾਜ
ਕੁਸ਼ਤੀਆਂ ਵਗੈਰਾ ਵੀ ਕਰਵਾਉਂਦੇ ਹੁੰਦੇ ਸੀ? ਮੱਲ ਅਖਾੜਾ ਹਾਂ, ਮੱਲ ਅਖਾੜੇ ਅਖਾੜੇ ਦੀ ਲਾਉਂਦੇ ਗੱਲ ਸੀ। ਉਹ ਦੱਸੋ। ਭਾਈ ਸਾਹਿਬ ਉਹਨਾਂ ਤੋਂ ਪੁੱਛੋ ਜੀ ਉਹ। ਹਾਂਜੀ, ਐਸਾ ਉਹ ਸ੍ਰੀ ਕੀ ਗੁਰੂ ਗੱਲ ਆ ਅੰਗਦ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਕੁਸ਼ਤੀਆਂ ਲੜਦੇ ਰਹੇ ਜੀ, ਪਹਿਲਵਾਨ ਸੀਗੇ। ਅੱਛਾ ਜੀ। ਤੇ ਇਹੋ ਕਾਰਨ ਹੈ ਕਿ ਜਦੋਂ ਉਹ ਪਹਿਲੀ ਵਾਰ ਦੇਵੀ ਦੀ ਯਾਤਰਾ ਜਾਂਦੇ ਆ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਬਾਅਦ ਚ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਭੇਜ ਦਿੱਤਾ ਸੀ ਵੀ ਤੁਸੀਂ ਇੱਕ ਵਾਰ ਘਰੋਂ ਜਾਓ, ਹਾਂਜੀ ਮਿਲ ਕੇ ਆਓ ਪਰਿਵਾਰ ਨੂੰ, ਦੱਸ ਕੇ ਆਓ। ਤੇ ਗੁਰੂ ਅੰਗਦ ਦੇਵ ਜੀ ਜਦੋਂ ਦੁਬਾਰਾ ਗਏ ਤੇ ਇਹਨਾਂ ਦਾ, ਕਿਉਂਕਿ ਇਹ ਵਪਾਰ ਕਰਦੇ ਸੀ ਉਹਨਾਂ ਦਿਨਾਂ ਦੇ ਵਿੱਚ ਲੂਣ ਦਾ, ਹਾਂਜੀ ਤੇ ਇਹ ਜਾਂਦੇ ਹੋਏ ਗੁਰੂ ਕੇ ਲੰਗਰ ਵਾਸਤੇ ਕਹਿੰਦੇ ਕਿ ਇੱਕ ਲੂਣ, ਕਈਆਂ ਨੇ ਤੇ ਲਿਖਿਆ 1.25 ਮਣ ਸੀਗਾ, ਜਿੰਨਾ ਵੀ ਸੀਗਾ, ਤੇ ਉਹ ਖਡੂਰ ਸਾਹਿਬ ਤੋਂ ਕਰਤਾਰਪੁਰ ਤੱਕ ਪੈਦਲ ਹੀ ਜਾਣਾ ਪੈਂਦਾ ਸੀਗਾ, ਤੇ ਉਹ ਸਿਰ ਤੇ ਚੁੱਕ ਕੇ ਲੈ ਕੇ ਗਏ। ਤੇ ਇੰਨਾ ਲੰਬਾ ਸਫ਼ਰ ਇੰਨਾ ਭਾਰ ਚੁੱਕ ਕੇ ਕਰਨਾ ਕੋਈ ਤਗੜਾ ਬੰਦਾ ਹੀ ਕਰ ਸਕਦਾ। ਬਿਲਕੁਲ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਮੱਲ ਅਖਾੜਾ ਗੁਰਦੁਆਰਾ ਵੀ ਆ ਖਡੂਰ ਸਾਹਿਬ, ਇਸੇ ਯਾਦ ਚ ਜਿੱਥੇ ਉਹ ਕੁਸ਼ਤੀਆਂ ਕਰਵਾਇਆ ਕਰਦੇ ਸੀ, ਬੱਚਿਆਂ ਨੂੰ ਆਪ ਪੜ੍ਹਾਉਂਦੇ ਰਹੇ ਕੁਸ਼ਤੀਆਂ ਕਰਵਾਉਣੀਆਂ, ਕਿਉਂਕਿ ਇੱਕ ਕਿਹਾ ਜਾਂਦਾ ਕਿ ਤੰਦਰੁਸਤ ਸਰੀਰ ਦੇ ਅੰਦਰ ਹੀ ਤੰਦਰੁਸਤ ਮਨ ਹੋ ਸਕਦਾ। ਤੇ ਠੀਕ ਹੈ। ਇਸ ਕਰਕੇ ਸਰੀਰਕ ਬਲ ਜਿਹੜਾ ਵਾ ਇਹ ਵੀ ਬੜੀ ਕੀਮਤ ਰੱਖਦਾ, ਤੰਦਰੁਸਤੀ ਜਿਹੜੀ ਆ, ਤੇ ਉਹ ਗੁਰੂ ਸਾਹਿਬ ਜੀ ਇਹ ਕੁਸ਼ਤੀਆਂ ਕਰਵਾਉਂਦੇ ਰਹੇ। ਠੀਕ ਹੈ, ਫਿਰ ਤਾਂ ਇਹਦਾ ਮਤਲਬ ਸੰਤ ਸਿਪਾਹੀ ਦੀ ਜਿਹੜੀ ਹੈ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਜਾਂਦੀ ਹੈ। ਤੇ ਸਿਹਤ ਦਾ ਖਾਸ ਖਿਆਲ ਰੱਖਣਾ ਗੁਰੂ ਅੰਗਦ ਦੇਵ ਜੀ ਨੇ ਕੁਸ਼ਤੀਆਂ ਵੀ ਸ਼ੁਰੂ ਕਰਵਾਈਆਂ। ਦੇਖੋ ਇਹ ਗੱਲ ਬਿਲਕੁਲ ਸੱਚ ਆ, ਕਿਉਂਕਿ ਭਾਈ ਸੱਤਾ ਬਲਵੰਡ ਜੀ ਨੇ ਜਿਹੜੀ ਗੱਲ ਇਹ ਲਿਖੀ ਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਆ, ਇਹ ਸੱਚ ਗੱਲ ਆ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੀ ਚੱਲਦਾ ਰਿਹਾ। ਇਹ ਵੱਖਰੀ ਗੱਲ ਆ ਕਿ ਸਮਾਂ ਆਉਣ ਤੇ ਥੋੜੀ ਬਹੁਤੀ ਉਹਦੇ ਵਿੱਚ ਤਰੱਕੀ ਹੋਈ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਅਕਾਲ ਤਖਤ ਦੀ ਨੀਂਹ ਰੱਖੀ, ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿੱਖਾਂ ਨੂੰ ਸਜਾਈ। ਬਾਕੀ ਸੰਤ ਸਿਪਾਹੀ ਵਾਲਾ ਤੇ ਆਪਾਂ ਜਾਣਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਾਬਰ ਦੇ ਮੂੰਹ ਤੇ ਖਰੀਆਂ ਖਰੀਆਂ ਸੁਣਾਉਣੀਆਂ, ਹੁਮਾਯੂੰ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਬਚਨ ਕਿਹਾ, ਜਿਵੇਂ ਸਰਦਾਰ ਗੁਰਸ਼ਰਨ ਸਿੰਘ ਜੀ ਹੋਰਾਂ ਦੱਸਿਆ ਕਿ ਸੂਰਮਿਆਂ ਦੀ ਤੇਗ ਰਣ ਤੱਤੇ ਚ ਹੀ ਸੋਭਦੀ ਆ, ਜਨਤਾ ਤੇ ਨਹੀਂ। ਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਅਕਬਰ ਨੂੰ ਉਹਦੀਆਂ ਜਗੀਰਾਂ ਲੈਣ ਤੋਂ ਵੀ ਨਾ ਕਰ ਦੇਣਾ, ਤੇ ਇਹ ਕਹਿਣਾ ਕਿ ਤੁਸੀਂ ਗੁਰੂ ਘਰ ਦਾ ਸਿਧਾਂਤ ਆ ਕਿ ਬੀਬੀਆਂ ਜਿਹੜੀਆਂ ਨੇ ਉਹ ਪਰਦਾ ਕਰਕੇ ਨਹੀਂ ਆ ਸਕਦੀਆਂ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀ ਚੜ੍ਹਦੀ ਕਲਾ ਵਾਲੀਆਂ ਨੇ, ਤੇ ਇਸ ਕਰਕੇ ਗੁਰੂ ਸਾਹਿਬ ਜੀ ਦਾ ਸਿਧਾਂਤ ਤੇ ਇਹੋ ਹੀ ਸੀ, ਭੈ ਕਾਹੂ ਕੋ ਦੇਤ ਨਾ ਪੈ ਮਾਨ ਤਾਨ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਗਿਆਨੀ ਦੀ, ਅਸਲੀ ਗਿਆਨੀ ਦੀ ਪਹਿਚਾਣ ਹੀ ਇਹ ਆ ਕਿ ਨਾ ਉਹ ਕਿਸੇ ਦਾ ਡਰ ਮੰਨੇ ਤੇ ਨਾ ਕਿਸੇ ਨੂੰ ਡਰਾਵੇ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਦਲਜੀਤ। ਸੋ ਗੁਰੂ ਸਾਹਿਬ ਬੜੇ ਸੋਸ਼ਲ ਰਿਫਾਰਮ ਜਿਹੜੇ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਬੜੇ ਸੀ, ਹੈ ਹਾਂਜੀ। ਜਿਵੇਂ ਗੁਰੂ ਨਾਨਕ ਸਾਹਿਬ ਨੇ ਪੰਡ ਜੰਮੇ ਦਾ ਕਿਹਾ, ਔਰਤ ਦੀ ਸਿਫਤ ਸਲਾਹ ਦੇ ਵਿੱਚ ਵੀ ਕਿਵੇਂ ਉਹਨਾਂ ਦਾ ਰੋਲ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਆਪਣੀ ਵਾਈਫ ਇਹਨੂੰ ਅੱਗੇ ਲੈ ਕੇ ਕਰਦੀ ਰਹੀ ਹੈ, ਅੱਗੇ ਮੂਹਰੇ ਹੋ ਕੇ ਕਿਚਨ ਦੀ ਸੇਵਾ ਤੇ ਦੂਜਿਆਂ ਨੂੰ ਇੰਸਪਾਇਰ ਕਰਨਾ। ਤੋ ਇਹ ਜਿਹੜਾ ਰੋਲ ਹੈ ਇਸਤਰੀਆਂ ਦਾ, ਇਹ ਕਿਸ ਤਰ੍ਹਾਂ ਅੱਜ ਕੱਲ ਚੱਲ ਰਿਹਾ ਉਸੇ ਤਰ੍ਹਾਂ, ਜਾਂ ਅੱਗੇ ਤੋਂ ਪਿੱਛੇ ਹੈ, ਜਾਂ ਕੀ ਹੋਣਾ ਚਾਹੀਦਾ ਇਸ ਪਾਸੇ? ਅੱਜ ਕੱਲ ਵੀ ਇਸਤਰੀਆਂ ਜਿਹੜੀਆਂ ਨੇ ਔਰਤਾਂ ਉਹ ਹਿੱਸਾ ਲੈ ਰਹੀਆਂ ਨੇ, ਪੋਲੀਟੀਕਲੀ, ਸੋਸ਼ਲੀ, ਰਿਲੀਜੀਅਸਲੀ ਵੀ। ਪਹਿਲਾਂ ਤਾਂ ਬਹੁਤ ਦੇਖੋ, ਹੁਣ ਗੁਰਦੁਆਰਿਆਂ ਦੇ ਵਿੱਚ ਵੀ ਕੀਰਤਨ ਵੀ ਕਰਦੀਆਂ ਨੇ, ਰੌਲ ਵੀ ਲਾਉਂਦੀਆਂ, ਪਾਠ ਕਰਦੀਆਂ ਨੇ ਸਰ, ਤੇ ਲੰਗਰ ਦੀ ਸੇਵਾ ਵੀ ਅੱਜ ਕੱਲ ਤਾਂ ਵੱਧ ਚੜ ਕੇ ਹਿੱਸਾ ਪਾ ਰਹੀਆਂ ਨੇ ਵੈਸੇ। ਸੋ ਇਹ ਗੁਰੂ ਸਾਹਿਬ ਦੀ ਦੇਣ ਹੈ, ਇਹ ਜਿਹੜਾ ਔਰਤਾਂ ਨੂੰ ਅੱਗੇ ਲੈ ਕੇ ਆਉਣਾ। ਕਿਉਂਕਿ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਰਦੇ ਦੇ ਵਿੱਚ ਹੀ ਰੱਖਦੇ ਸੀਗੇ, ਮੂਹਰੇ ਨਹੀਂ ਹੋਣਾ ਹੈ, ਜਾਂ ਘੁੰਡ ਦੇ ਪਿੱਛੇ ਹੀ ਲੁਕੇ ਰਹਿਣਾ ਹੈ। ਹਾਂਜੀ, ਯਾਨੀ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਅੱਗੇ ਆਉਣ ਦੀ।
ਹਾਂਜੀ ਸੋ ਇਟਸ ਅ ਮੇਜਰ ਚੇਂਜ ਜਿਹੜੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਤੋਂ ਜਿਹੜੀ ਚੱਲਦੀ ਆਈ ਹੈ, ਤੇ ਗੁਰੂ ਅਮਰਦਾਸ ਜੀ ਨੇ ਤਾਂ ਫਿਰ ਇਹਨੂੰ ਹੋਰ ਵੀ ਅੱਗੇ ਵਧਾਇਆ। ਸਤੀ ਕੀ ਸਤੀ ਖਿਆਲ ਹੈ ਪ੍ਰਥਾ ਗੁਰਸ਼ਨ ਜੀ ਤੇਰਾ? ਸਤੀ ਪ੍ਰਥਾ ਦਾ ਗੁਰੂ ਸਾਹਿਬ ਅਮਰਦਾਸ ਜੀ ਨੇ ਸ਼ੁਰੂ ਹੋ ਗਈ ਸੀ ਹੈ ਜੀ। ਸਤੀ ਪ੍ਰਥਾ ਵੀ ਸ਼ੁਰੂ ਹੋ ਗਈ ਸੀ, ਉਦੋਂ ਹਟਾਇਆ ਗੁਰੂ ਅੰਗਦ ਦੇਵ ਜੀ ਦੇ ਟਾਈਮ ਤੋਂ। ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਨੇ। ਹਾਂਜੀ ਅਸਲ 'ਚ ਜਿਹੜਾ ਇਹ ਜਿਹੜੇ ਕੁਰੀਤੀਆਂ ਸੀਗੀਆਂ ਸਮਾਜਿਕ, ਇਸਤਰੀ ਦੇ ਅਪਮਾਨ ਤੇ ਉਹਨੂੰ ਬਰਾਬਰਤਾ ਨਾ ਦੇਣੀ, ਜਿਸ ਤਰ੍ਹਾਂ ਪਹਿਲੋਂ ਦੇ ਲੋਕਾਂ ਦੇ, ਮੈਂ ਹੁਣ ਉਹਨਾਂ ਨੂੰ ਵਿਦਵਾਨ ਕਵਾਂ ਕੀ ਕਵਾਂ, ਕੁਛ ਕਹਿਣੇ ਜਿੱਦਾਂ ਸਵਾਮੀ ਤੁਲਸੀਦਾਸ ਵਰਗੇ, ਤੇ ਜਿਹੜੇ ਹੋਰ ਕਿੰਨੇ ਸੀਗੇ, ਸਾਰਿਆਂ ਨੇ ਇਸਤਰੀ ਦੇ ਬਾਰੇ ਮਾੜੇ ਸ਼ਬਦ ਵਰਤੇ ਸੀ। ਗੋਰਖਨਾਥ ਵਰਗਿਆਂ ਨੇ ਵੀ ਬਾਗਣ ਕਿਹਾ ਸੀਗਾ, ਕਿਸੇ ਨੇ ਕਿਹਾ ਪਸ਼ੂ ਢੋਰ ਗਵਾਰ ਸ਼ੂਦਰ ਨਾਲੀ ਜੇ ਪੰਜ ਉਤਾੜਨ ਕੇ ਅਧਿਕਾਰੀ। ਗੁਰੂ ਨਾਨਕ ਦੇਵ ਜੀ ਨੇ ਸੋ ਕਿਉਂ ਮੰਦਾ ਆਖਿਆ ਜਿਤ ਜੰਮੈ ਰਾਜਾਨ, ਤੇ ਇਹਦਾ ਪ੍ਰਤੱਖ ਰੂਪ ਮਾਤਾ ਖੀਵੀ ਜੀ ਦਾ ਲੰਗਰ ਦੀ ਜਿਹੜੀ ਜ਼ਿੰਮੇਵਾਰੀ ਸਾਂਭਣ ਤੋਂ ਆਉਂਦਾ ਆ। ਗੁਰੂ ਸਾਹਿਬ ਜੀ ਨੇ ਇਹਨਾਂ ਦਾ ਇਸਤਰੀ ਦਾ ਮਾਣ ਸਨਮਾਨ ਦੇ ਹੱਕ ਵਿੱਚ ਬਹੁਤ ਕੁਝ ਬੋਲਿਆ, ਪਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਹੜੀ ਇਹ ਸਤੀ ਪ੍ਰਥਾ ਸੀਗੀ, ਇਹਦੇ ਤੇ ਪਾਬੰਦੀ ਲਵਾਈ ਸੀ ਅਕਬਰ ਨੂੰ ਕਹਿ ਕੇ, ਕਿਉਂਕਿ ਅਕਬਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਹੁਤ ਸ਼ਰਧਾਲੂ ਬਣ ਗਿਆ ਸੀ, ਤੇ ਇਸ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਤੀ ਪ੍ਰਥਾ ਤੇ ਸਰਕਾਰੀ ਤੌਰ ਤੇ ਰਾਜੇ ਵੱਲੋਂ ਇਸ ਗੱਲ ਤੇ ਪਾਬੰਦੀ ਲਗਾਈ ਸੀ ਕਿ ਕਿਸੇ ਇਸਤਰੀ ਨੂੰ ਸਾੜਿਆ ਨਹੀਂ ਜਾਏਗਾ। ਥੈਂਕ ਯੂ ਜੀ। ਐਂ ਲੱਗਦਾ ਮੈਨੂੰ ਭਾਈ ਸਾਹਿਬ ਕੋਲੇ ਹੀ ਬੈਠੇ ਆ, ਉਹਨੇ ਪੱਗ ਦਿਸ ਰਹੀ ਆ ਮੈਨੂੰ, ਉਹਨਾਂ ਨੇ ਵੀ ਕੋਈ ਵਿਚਾਰ ਦੱਸਣਾ ਹੋਵੇ ਤਾਂ ਆ ਜਾਣ। 2 ਮਿੰਟ ਆ ਜਾਓ, ਕੋਈ ਨਾ, ਫਿਰ ਕੀ ਹੈ, ਉਹਨਾਂ ਨੇ ਸਰੋਪਾ ਰੁਮਾਲੀ ਬੰਨੀ ਹੋਈ ਹੈ। ਅੱਛਾ ਅੱਛਾ। ਤੁਸੀਂ ਵੀ ਐਡ ਕਰੋ ਆਪਣੇ ਵਿਚਾਰ ਜਰਾ ਗੁਰੂ ਅੰਗਦ ਦੇਵ ਜੀਵਨੀ ਬਾਬਤ। ਨਹੀਂ ਬਸ ਮੈਂ ਸੁਣੀ ਜਾ ਰਿਹਾ, ਮੈਨੂੰ ਬਹੁਤ ਵਧੀਆ ਲੱਗ ਰਿਹਾ ਸ਼ਰਜੀਤ ਹੋਣਾ ਦਾ ਤੇ ਆਪਣੇ ਗਿਆਨੀ ਜੀ ਹੋਣਾ ਵੱਲੋਂ। ਤੇ ਬਸ ਮੈਨੂੰ ਤਾਂ ਇਹੀ ਸੀ, ਮੈਨੂੰ ਤਾਂ ਲੱਗਦਾ ਸੀ ਵੀ ਸ਼ਾਇਦ ਸਤੀ ਪ੍ਰਥਾ ਜਿਹੜੀ ਹੈ ਈਵਨ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਸ਼ੁਰੂ ਹੋਈ ਸੀ ਬੰਦ ਹੋਣੀ। ਹਾਂਜੀ, ਪ੍ਰਚਾਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸਾਰੀਆਂ ਕੁਰੀਤੀਆਂ ਦੇ ਵਿਰੁੱਧ ਕੀਤਾ ਆ, ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਤੇ ਫਿਰ ਅਕਬਰ ਨੂੰ ਕਹਿ ਕੇ ਪਾਬੰਦੀ ਲਗਵਾ ਦਿੱਤੀ ਨਾ। ਇਹ ਨਹੀਂ ਉਦੋਂ ਫਾਰਮਲ ਹੋ ਗਈ, ਲੀਗਲ ਪੁਆਇੰਟ ਆਫ ਵਿਊ ਤੋਂ ਹੋ ਗਈ ਸੀਗੀ। ਠੀਕ ਹੈ, ਬਾਕੀ ਤਾਂ ਕਸੌਲੀ ਵਗੈਰਾ ਦੇ ਇਲਾਕੇ 'ਚ, ਹਾਂਜੀ ਕਸੌਲੀ ਵਗੈਰਾ ਦੇ ਇਲਾਕੇ ਹਿਮਾਚਲ ਪ੍ਰਦੇਸ਼ 'ਚ ਔਰਤਾਂ ਦਾ ਕੀ ਸਟੇਟਸ ਸੀ ਜਦੋਂ ਤੁਸੀਂ ਉੱਥੇ ਰਹਿੰਦੇ ਰਹੇ ਆ ਕਸੌਲੀ ਵਗੈਰਾ ਦੇ ਇਲਾਕੇ 'ਚ? ਉੱਥੇ ਏਦਾਂ ਹੈ ਕਿ ਜਿਹੜੇ ਤਾਂ ਆਪਣੇ ਪੰਜਾਬੀ ਕਮਿਊਨਿਟੀਜ਼ ਵਿੱਚ ਸੀਗੀਆਂ ਉਹ ਤਾਂ ਤਕਰੀਬਨ ਆਮ ਜਿਵੇਂ ਆਪਣੇ ਹੋਰ ਪੰਜਾਬ ਦੇ ਵਿੱਚ ਹੈਗਾ ਉਸੇ ਤਰੀਕੇ ਨਾਲ ਹੀ ਸੀ, ਲੇਕਿਨ ਜਿਹੜੇ ਉੱਥੇ ਦੇ ਪਿੰਡ ਸੀਗੇ ਉਹਨਾਂ ਦਾ ਥੋੜਾ ਜਿਹਾ ਡਿਫਰੈਂਟ ਸੀ ਕੰਮ। ਉਹ ਥੋੜੀ ਜਿਹੀਆਂ ਸੈਕਲੂਡਡ ਰਹਿੰਦੀਆਂ ਸੀ, ਅੰਦਰ ਹੀ ਰਹਿੰਦੀਆਂ ਸੀ ਜ਼ਿਆਦਾ, ਤੇ ਉਹਨਾਂ ਦਾ ਕੰਮ ਥੋੜਾ ਜਿਹਾ ਜਿਹੜੀ ਪਹਾੜਨਾ ਜਿਹਨਾਂ ਨੂੰ ਕਹਿ ਸਕਦਾ ਮੈਂ। ਲੇਕਿਨ ਜਿਹੜੇ ਪੰਜਾਬੀ ਫੈਮਿਲੀ ਸੀਗੀਆਂ ਉਹਨਾਂ ਦਾ ਤਾਂ ਤਕਰੀਬਨ ਆਪਣੇ ਵਰਗਾ ਹੀ ਸੀਗਾ ਕੰਮ, ਬਈ ਗੁਰਦੁਆਰੇ ਵੀ ਜਾਣਾ, ਕੀਰਤਨ ਵੀ ਕਰ ਸਕਦੀਆਂ ਸੀ, ਪਾਠ ਵੀ ਕਰਨਾ, ਤੇ ਸਾਰਾ ਕੁਝ ਉਸੇ ਤਰੀਕੇ ਨਾਲ ਹੀ ਸੀ। ਤੇ ਪਹਾੜਾਂ ਜਿਹੜੀਆਂ ਸੀ ਉਹ ਕਿਉਂ ਨਹੀਂ ਅੱਗੇ ਆਉਣ ਦਿੱਤੀਆਂ ਜਾਂਦੀਆਂ ਸੀ, ਉਹਦਾ ਕੀ ਕਾਰਨ ਸੀ? ਐਜੂਕੇਸ਼ਨ ਘੱਟ ਹੁੰਦੀ ਸੀ, ਉਹਨਾਂ ਦੇ ਹਸਬੈਂਡਸ ਵੀ ਏਦਾਂ ਦੇ ਸੀਗੇ ਹੁੰਦੇ, ਤੇ ਉਹ ਮੇਨ ਗੱਲ ਜਿਹੜੀ ਮੈਂ ਅੰਡਰਸਟੈਂਡ ਕਰਦਾ ਉਹ ਐਜੂਕੇਸ਼ਨ ਲੈਵਲ ਸੀ। ਐਜੂਕੇਸ਼ਨ ਲੈਵਲ, ਅੱਛਾ। ਤੇ ਗੁਰਸ਼ਨ ਜੀ ਤੇਰਾ ਵਾਹ ਪਿਆ ਸੀਗਾ ਆਪਣੇ ਉਹ ਜਿਹੜੇ ਹਰਿਆਣੇ ਦੇ ਲੋਕ ਸੀਗੇ, ਉਹਨਾਂ 'ਚ ਕੀ ਸੀਗੀ ਔਰਤਾਂ ਦਾ ਸਿਚੁਏਸ਼ਨ? ਸੇਮ ਜੋ ਭਾਈ ਵੀਰ ਜੀ ਜਗਤਾਰ ਸਿੰਘ ਉਹਨਾਂ ਨੇ ਦੱਸਿਆ, ਉੱਥੇ ਵੀ ਕੋਈ ਵੀ ਲੇਡੀਜ਼ ਮੈਂ ਤਾਂ ਦੇਖੀ ਨਹੀਂ ਸੀ ਕੋਈ ਨੌਕਰੀ ਕਰਦੀ, ਸਿਰਫ ਘਰ ਦਾ ਕੰਮ ਕਰਦੀਆਂ ਸੀ, ਹਾਊਸ ਵਾਈਫ ਹੁੰਦੀਆਂ ਸੀ। ਤੇ ਗਿਆਨੀ ਜੀ ਉਧਰਲੇ ਇਲਾਕੇ ਦੇ ਵਿੱਚ ਜਿਵੇਂ ਅਨੰਦਪੁਰ ਸਾਹਿਬ ਜਿੱਥੇ ਤੁਸੀਂ ਰਹੇ ਆ ਜਾਂ ਹੋਰਨਾਂ ਜਗ੍ਹਾ ਤੇ ਜਿੱਥੇ ਤੁਸੀਂ ਰਹੇ, ਉੱਥੇ ਕੀ ਸੀ ਸਟੇਟਸ ਔਰਤਾਂ ਦਾ? ਸਟੇਟਸ ਜੀ ਹੁਣ ਤੇ ਸਾਰੀ ਦੁਨੀਆ ਤੇ ਤਕਰੀਬਨ ਇੱਕੋ ਜਿਹਾ, ਸਾਰੇ ਥਾਵਾਂ ਤੇ ਬੀਬੀਆਂ ਨੌਕਰੀ ਵੀ ਕਰਦੀਆਂ ਨੇ
ਤੇ ਬਾਕੀ ਆਨੰਦਪੁਰ ਸਾਹਿਬ ਤੇ ਸਿੱਖੀ ਦਾ ਧੁਰਾ ਰਿਹਾ, ਇਸ ਕਰਕੇ ਉੱਥੇ ਸਿੱਖੀ ਦਾ ਹੀ ਹੈਗਾ ਆ ਪ੍ਰਭਾਵ। ਤੇ ਮੈਂ ਕੋਈ ਉੱਥੇ ਇਹੋ ਜਿਹੀ ਗੱਲ ਦੇਖੀ ਨਹੀਂ ਕਿ ਔਰਤਾਂ ਦੇ ਨਾਲ ਕੋਈ ਖਾਸ ਤੌਰ ਤੇ ਸਪੈਸ਼ਲ ਜ਼ਿਆਦਤੀ ਹੁੰਦੀ ਹੋਵੇ। ਅੱਛਾ, ਠੀਕ ਹੈ। ਤੇ ਇਹ ਮੈਨੂੰ ਦੱਸੋ, ਹੁਣ ਜਿਵੇਂ ਅੱਜ ਕੱਲ ਇੱਥੇ ਕਰੋਨਾ ਵਾਇਰਸ ਦੀ ਸਿਚੁਏਸ਼ਨ, ਜੀ ਜੇ ਇਹ ਗੱਲ ਉਸ ਵਕਤ ਹੁੰਦੀ ਗੁਰੂ ਨਾਨਕ ਸਾਹਿਬ ਦੇ ਮੌਕੇ, ਗੁਰੂ ਅੰਗਦ ਦੇਵ ਜੀ ਦੇ ਸਮੇਂ ਦੇ ਵਿੱਚ, ਉਹ ਇਸ ਨਾਲ ਕਿਵੇਂ ਡੀਲ ਕਰਦੇ? ਮੇਰੇ ਖਿਆਲ ਚ ਤੇ ਗੁਰੂ ਸਾਹਿਬ ਜੀ ਨੇ ਦਾ ਸਾਰਾ ਜੀਵਨ ਹੀ ਮਨੁੱਖਤਾ ਨੂੰ ਸਮਰਪਿਤ ਰਿਹਾ। ਉਹ ਉਸ ਸਮੇਂ ਕੋਹੜ ਦਾ ਰੋਗ ਜਿਹੜਾ ਐਸਾ ਸੀਗਾ, ਜਿਹੜਾ ਛੂਤ ਦੀ ਬਿਮਾਰੀ, ਜਿਹੜੇ ਜਿਹਨੂੰ ਕੋਹੜ ਹੋ ਜਾਂਦਾ ਸੀ ਉਹਨੂੰ ਉਹਦੇ ਘਰ ਦੇ ਵੀ ਬਾਹਰ ਕੱਢ ਦਿੰਦੇ ਸੀਗੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਪਾਲਪੁਰ ਦੇ ਕੋਹੜੀ ਦੇ ਕੋਲ ਕਈ ਮਹੀਨੇ ਰਹਿ ਕੇ ਤੇ ਉਹਦੀ ਸੇਵਾ ਸੰਭਾਲ ਕਰਕੇ ਤੇ ਉਹਨੂੰ ਤੰਦਰੁਸਤ ਕੀਤਾ ਸੀਗਾ। ਤੇ ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ ਵੀ ਉਹ ਪ੍ਰੇਮੇ ਕੋਹੜੀ ਦੀ ਗੱਲ ਆਉਂਦੀ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਚੇਚਕ ਵਰਗੀਆਂ ਬਿਮਾਰੀਆਂ ਤੇ ਭੁੱਖਮਰੀ ਫੈਲਦੀ ਰਹੀ ਆ। ਉਹ ਆਪਣੇ ਸਾਰਾ ਦਾ ਸਾਰਾ ਹੀ ਦਸਵੰਧ ਦੀ ਜਿਹੜੀ ਰਕਮ ਉਹ ਵੀ ਮਨੁੱਖਤਾ ਦੇ ਭਲੇ ਦੀ ਖਾਤਰ ਲੋਕਾਂ ਦੇ ਇਲਾਜ ਲਈ, ਜਿਹੜੇ ਕਹਿੰਦੇ ਨੇ ਕਿ ਉਦੋਂ ਮੁਰਦਿਆਂ ਦੇ ਢੇਰ ਲੱਗ ਜਾਂਦੇ ਸੀ, ਕੋਈ ਸਾਂਭਦਾ ਨਹੀਂ ਸੀ। ਤੇ ਕਈ ਵਾਰ ਇਹ ਗੱਲਾਂ ਸਾਨੂੰ ਲੱਗਦੀਆਂ ਸੀ ਕਿ ਏਦਾਂ ਵੀ ਹੋ ਸਕਦਾ ਕਿ ਕੋਈ ਆਪਣੇ ਮੁਰਦਿਆਂ ਨੂੰ ਨਾ ਸਾਂਭੇ, ਪਰ ਕਰੋਨੇ ਨੇ ਸਪਸ਼ਟ ਕਰ ਦਿੱਤਾ। ਲੋਕ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਨਹੀਂ ਕਰਨ ਦੇ ਰਹੇ, ਆਪਣੇ ਮਾਵਾਂ ਪਿਓਾਂ ਦੀਆਂ ਜਿਹੜੀਆਂ ਬੋਡੀਆਂ ਨੇ, ਡੈਡ ਬੋਡੀ, ਉਹ ਨਹੀਂ ਪ੍ਰਵਾਨ ਕਰ ਰਹੇ। ਤੇ ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਾਹੌਰ ਰਹਿ ਕੇ ਉਹਨਾਂ ਮੁਰਦਿਆਂ ਨੂੰ ਸਾਂਭਿਆ, ਬਿਮਾਰਾਂ ਦੇ ਇਲਾਜ ਕੀਤੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਪਹੁੰਚੇ, ਉੱਥੇ ਉਹਨਾਂ ਸਮਿਆਂ 'ਚ ਚੇਚਕ ਫੈਲੀ ਹੋਈ ਸੀਗੀ। ਤੇ ਅੱਜ ਵੀ ਜੇ ਸਤਿਗੁਰੂ ਜੀ ਆਪ ਹੁੰਦੇ ਤੇ ਉਹਨਾਂ ਦਾ ਹੀ ਮਿਸ਼ਨ ਅੱਜ ਸਿੱਖ ਜਿਹੜੇ ਨੇ ਥਾਂ ਥਾਂ ਤੇ ਲੰਗਰ ਲਾ ਕੇ ਤੇ ਦਵਾਈਆਂ ਵੰਡ ਕੇ ਤੇ ਕਰ ਰਹੇ ਨੇ। ਫਿਰ ਉਹ ਇਸੇ ਤਰ੍ਹਾਂ ਹੀ ਜੂਝਦੇ ਜਿਵੇਂ ਉਦੋਂ ਉਹਨਾਂ ਨੇ ਕੀਤੀ ਸੇਵਾ। ਥੈਂਕ ਯੂ ਸਰ। ਜਗਤਾਰ ਸਿੰਘ, ਤੁਹਾਡਾ ਕੀ ਵਿਚਾਰ ਹੈ? ਮੇਰਾ ਵਿਚਾਰ ਉਹਨਾਂ ਦੇ ਨਾਲ ਮਿਲਦਾ ਹੈਗਾ, ਲੇਕਿਨ ਕਈ ਦਫਾ ਆਪਣੇ ਪ੍ਰਚਾਰਕ ਜਿਹੜੇ ਨੇ ਉਹ ਥੋੜਾ ਜਿਹਾ ਲੋਕਾਂ ਨੂੰ ਡਿਫਰੈਂਟ ਢੰਗ ਨਾਲ ਗੱਲ ਕਰ ਦਿੰਦੇ ਨੇ। ਤੇ ਉਹ ਕਹਿੰਦੇ ਨੇ ਦੇਖੋ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਤੇ ਬਾਕੀ ਤਾਂ ਸਭ ਆਪੇ ਠੀਕ ਹੋ ਜਾਊਗਾ। ਮੈਂ ਇਸ ਤੋਂ ਥੋੜਾ ਜਿਹਾ ਵੱਖ ਖਿਆਲ ਵਿੱਚ ਹਾਂ। ਮੈਂ ਇਹ ਕਹਿੰਦਾ ਵੀ ਵਾਹਿਗੁਰੂ ਵਾਹਿਗੁਰੂ ਜਿਹੜਾ ਕਰਨਾ, ਉਹਦੇ ਨਾਲ ਉਸ ਦੁੱਖ ਨੂੰ ਝੱਲਣ ਦੀ ਤਾਂ ਹਿੰਮਤ ਆ ਜਾਂਦੀ ਹੈ। ਲੇਕਿਨ ਜਿਹੜੀ ਤੁਹਾਡੀ ਫਿਜ਼ੀਕਲੀ ਤੁਹਾਨੂੰ ਕੋਈ ਏਲਮੈਂਟ ਹੈਗੀ, ਬਿਮਾਰੀ ਹੈ, ਉਹਦੇ ਵਾਸਤੇ ਤਾਂ ਪ੍ਰੋਪਰ ਦਵਾਈ, ਕਿਉਂਕਿ ਗੁਰੂ ਸਾਹਿਬਾਂ ਦੇ ਟਾਈਮ ਤੇ ਵੀ ਉਹਨਾਂ ਨੇ ਦਵਾਈਆਂ ਵੰਡੀਆਂ ਵੀ, ਹਸਪੀਟਲ ਵੀ ਬਣਵਾਏ, ਤੇ ਉਹ ਵੀ ਜ਼ਰੂਰੀ ਹੈ। ਲੇਕਿਨ ਜਿਹੜਾ ਆਪਣਾ ਨਾਮ ਜਪਣਾ ਉਹ ਜ਼ਰੂਰੀ ਹੈ, ਜਿਹਦੇ ਨਾਲ ਕਿ ਤੁਹਾਨੂੰ ਭਾਣੇ 'ਚ ਰਹਿਣ ਦੀ ਤਾਕਤ ਆ ਜਾਂਦੀ ਹੈ। ਬਿਲਕੁਲ ਠੀਕ ਹੈ ਗੱਲ। ਦਵਾਈ ਤੇ ਦੁਆ ਨਾਲੋਂ ਨਾਲ ਚੱਲਦੀ ਹੈ, ਦੋਨੋਂ ਚੱਲਦੀ। ਹਾਂਜੀ, ਕਿਉਂਕਿ ਈਵਨ ਮੈਂ ਤਾਂ ਮੈਨੂੰ ਯਾਦ ਹੈ ਕਿ ਈਵਨ ਡਾਕਟਰਸ ਵੀ ਜਿਹੜੇ ਨੇ, ਜਿਹੜੇ ਮੈਨੂੰ ਪਤਾ, ਮੈਂ ਜਿਵੇਂ ਪਹਿਲਾਂ ਕਸੌਲੀ ਰਹਿੰਦਾ ਸੀ, ਉੱਥੇ ਇੱਕ ਡਾਕਟਰ ਹੁੰਦਾ ਸੀ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਲਿਖਿਆ ਹੁੰਦਾ ਸੀ ਕਿ ਆਈ ਟ੍ਰੀਟ, ਅੱਗੇ ਲਿਖਿਆ ਹੁੰਦਾ ਸੀ ਹੀ ਕਿਉਰਸ, ਹੀ ਦਾ ਐਚ ਵੱਡਾ, ਵੀ ਮੈਂ ਤਾਂ ਟ੍ਰੀਟਮੈਂਟ ਕਰਦਾ, ਕਿਉਰ ਤਾਂ ਉਹੀ ਕਰਦਾ। ਬਿਲਕੁਲ, ਇਹਦੇ ਕੋਈ ਸ਼ੱਕ ਨਹੀਂ ਹੈ ਇਹਦੇ 'ਚ। ਗੁਰਸ਼ਾਨ ਜੀ, ਹਾਂਜੀ, ਨਿਊਯਾਰਕ ਕਿਵੇਂ ਹੋ ਰਿਹਾ? ਜਿਵੇਂ ਕਰੋਨਾ ਵਾਇਰਸ ਦਾ ਚੱਕਰ ਬੜਾ ਜ਼ਬਰਦਸਤ ਇੱਥੇ ਸ਼ੁਰੂ ਹੋਇਆ ਹੁੰਦਾ। ਇੱਥੇ ਤਾਂ ਬਹੁਤ ਜ਼ਿਆਦਾ ਜੀ। ਇੱਥੇ ਫਿਰ ਸਿੱਖ ਕੀ ਕਰ ਰਹੇ ਨੇ? ਸਿੱਖ ਬਸ ਇੱਕ ਤਾਂ ਨਿਊਯਾਰਕ ਦੇ ਮੇਅਰ ਨੇ ਵੀ ਇਹ ਕਿਹਾ ਵੀ ਲੰਗਰ ਵਰਤਾ ਰਹੇ। ਅੱਛਾ, ਹਾਂਜੀ। ਜਾਂ ਫਿਰ ਜਿਵੇਂ ਜਿਹਦੇ ਕੋਲੇ ਸਮਰੱਥਾ ਉਹ ਦਾਨ ਕਰਕੇ, ਕੋਈ ਕਿਸੇ ਨੂੰ ਮਾਸਕ ਦੇਈ ਜਾਂਦਾ, ਕੋਈ ਜਿਸ ਤਰ੍ਹਾਂ ਦੀ ਵੀ ਜਿਹਦੇ ਕੋਲ ਜਿੰਨੀ ਸਮਰੱਥਾ ਉਹਦੀ ਹੈਲਪ ਕਰੀ ਜਾਂਦੇ ਆ ਇੱਕ ਦੂਜੇ ਦੀ। ਫਰੰਟ ਲਾਈਨ ਤੇ ਜਿਹੜੇ ਵਰਕਰ ਆ। ਹਾਂਜੀ, ਜਿਵੇਂ ਲੰਗਰ ਦੀ ਵੀ ਗੱਲ ਹੈ, ਜਿਵੇਂ ਇੱਥੇ ਸੈਨ ਐਂਟੋਨੀਓ ਦੇ ਵਿੱਚ ਆਈ ਥਿੰਕ ਐਵਰੀ ਵੀਕ ਕਾਫੀ ਫੂਡ ਬਣਾ ਕੇ ਤੇ ਇੱਕ ਗੁਰਦੁਆਰੇ ਲੈ ਕੇ ਜਾਂਦੇ ਆ ਤੇ ਉੱਥੋਂ ਫਿਰ ਅੱਗੇ ਡਿਸਟਰੀਬਿਊਟ ਕਰਦੇ ਆ। ਤੇ ਕਾਫੀ ਪੈਸਾ ਵੀ ਤੁਸੀਂ ਪੜ੍ਹਿਆ ਵੀ ਹੋਣਾ, ਮੇਰਾ ਖਿਆਲ ਹੈ ਕਿ ਕਾਫੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਅਰਾਊਂਡ $225,000 ਇਕੱਠਾ ਕੀਤਾ ਫੂਡ ਬੈਂਕ ਵਾਸਤੇ। ਦੈਟਸ ਲਾਟ ਆਫ ਮਨੀ। ਬੜੀ ਖੁਸ਼ੀ ਦੀ ਗੱਲ ਹੈ। ਸਾਡੇ ਵੀ ਇੱਥੇ ਔਰਲੈਂਡੋ ਦੇ ਵਿੱਚ ਇੱਥੇ ਵੀ ਕਾਫੀ ਸੰਗਤ ਸੇਵਾ ਕਰ ਰਹੀ ਹੈ ਗਰੀਬਾਂ ਦੀ।
ਹਰ ਸੰਡੇ ਦੀ ਸੰਡੇ ਪ੍ਰੋਗਰਾਮ ਹੈ ਤੇ ਤਕਰੀਬਨ 500 ਮੀਲ ਜਿਹੜੇ ਡਿਸਟ੍ਰੀਬਿਊਟ ਕਰ ਦਿੰਦੇ ਨੇ ਉਹ ਇੱਥੇ ਵੀ ਇੱਥੇ ਬਹੁਤ ਕਰਦੇ ਤੁਹਾਡੇ ਤਾਂ ਇੰਡੀਆ 'ਚ ਤਾਂ ਬਹੁਤ ਗੁਰਦੁਆਰੇ ਆ ਜੀ। ਹਾਂਜੀ ਹਾਂਜੀ ਗਿਆਨੀ ਤੁਹਾਡੇ ਇਲਾਕੇ 'ਚ ਕੀ ਹੋ ਰਿਹਾ? ਇੱਥੇ ਜਿੱਥੇ ਮੈਂ ਰਹਿਣਾ ਇਹ ਤੇ ਛੋਟਾ ਜਿਹਾ ਕਸਬਾ ਜਿਹਾ ਹੀ ਆ ਤੇ ਇੱਥੇ ਮੇਰੇ ਖਿਆਲ 'ਚ ਕਿਸੇ ਨੂੰ ਬਹੁਤੀ ਦਿੱਕਤ ਵੀ ਨਹੀਂ ਗੀ। ਉਦਾਂ ਵੀ ਇੱਥੇ ਖੁੱਲਾ ਡੁੱਲਾ ਹੀ ਆ ਵੀ ਸਾਰੇ ਜ਼ਰੂਰੀ ਦੁਕਾਨਾਂ ਵੀ ਖੁੱਲੀਆਂ ਨੇ ਤੇ ਬੈਂਕਾਂ ਵੀ, ਬੱਸਾਂ ਵੀ ਚੱਲਦੀਆਂ, ਟ੍ਰੇਨਾਂ ਵੀ ਚੱਲਦੀਆਂ ਤੇ ਪਰ ਮੈਲਬੌਰਨ ਸਿਡਨੀ ਦੇ ਵਿੱਚ ਆਪਣੇ ਸਿੱਖ ਜਿਹੜੇ ਕਾਫੀ ਇਹ ਸੇਵਾ ਕਰ ਰਹੇ ਆ, ਲੰਗਰ ਪਾਣੀ ਦੀ ਵੀ ਕਰ ਰਹੇ ਆ, ਹੋਰ ਵੀ ਜਿਹੜੀ ਮੁਨਾਸਬ ਹੁੰਦੀ ਆ ਕਰ ਰਹੇ ਆ। Very good. So what it all boils down to is ਕਿ ਬਈ ਸਾਡੇ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਨੇ ਤਾਂ ਮਨੁੱਖਤਾ ਦੇ ਭਲੇ ਦੇ ਲਈ ਹਰ ਪੱਖੋਂ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਸੋ ਆਪ ਅੱਗੇ ਹੋ ਕੇ ਕੀਤੀ ਆ ਤੇ ਲੋਕਾਂ ਨੂੰ ਫਿਰ ਨਾਲ ਲਗਾਇਆ। ਇਹ ਤਾਂ ਹੀ ਅਸੀਂ ਅਰਦਾਸ ਦੇ ਐਂਡ ਤੇ ਵੀ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਕਿਸੇ ਦੇ ਉੱਤੇ ਭਾਰ ਨਾ ਬਣੀਏ ਬਲਕਿ ਜਿੰਨੀ ਵੀ ਵੱਧ ਤੋਂ ਵੱਧ ਸੇਵਾ ਹੋ ਸਕੇ ਉਹ ਕਰੀਏ, ਆਪ ਕਿਰਤ ਕਰੀਏ, ਉਹਦੇ ਤੋਂ ਵੰਡ ਛਕੀਏ, ਨਾਲੇ ਪ੍ਰਮਾਤਮਾ ਨੂੰ ਅੰਗ ਸੰਗ ਆਪਦੇ ਯਾਦ ਰੱਖਦੇ ਹੋਏ ਦੁਨੀਆ ਦੇ ਵਿੱਚ ਵਿਚਰੀਏ। ਸੋ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਜਿਹੜਾ ਇਹੀ ਗੁਰੂ ਅੰਗਦ ਦੇਵ ਜੀ ਨੇ ਗਾਂ ਲੋਕਾਂ ਨੂੰ ਦਿੱਤਾ ਤੇ ਗਾਂ ਦੀ ਗਾਂ ਖਾਲਸੇ ਨੂੰ ਉਪਦੇਸ਼ ਵੀ 10ਵੇਂ ਪਾਤਸ਼ਾਹ ਨੇ ਇਹੀ ਕਿਹਾ ਜਦੋਂ ਕਿਹਾ ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ ਕੋ ਗਾਲੇ, ਰਾਈਟ? I think it's been quite a time we've been talking about it. Now let's have a last word. ਗਿਆਨੀ ਜੀ ਤੁਸੀਂ ਕੀ ਉਪਦੇਸ਼ ਦੇਣਾ? ਮੈਂ ਹੁਣ ਸੇਵਾ ਦੀ ਗੱਲ ਚੱਲਦੀ, ਮੈਂ ਅੰਤ 'ਚ ਇੱਕ ਗੱਲ ਨਾਲ ਕਰ ਦਿੰਦਾ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਵਿੱਚੋਂ ਹੀ ਕਿ ਸੇਵਾ ਕਰਨੀ ਜਿਹੜੀ ਆ ਔਖੀ ਆ ਪਰ ਇਹਦੇ ਨਾਲੋਂ ਔਖਾ ਵਾ ਸੇਵਾ ਨੂੰ ਪਹੁੰਚਾਉਣਾ। ਤੇ ਭਾਈ ਮਹਾਣਾ ਕਹਿੰਦੇ ਗੁਰੂ ਸਾਹਿਬ ਦੇ ਲੰਗਰ 'ਚ ਸੇਵਾ ਕਰਦਾ ਸੀਗਾ ਤੇ ਹੌਲੀ ਹੌਲੀ ਸੇਵਾ ਦਾ ਹੰਕਾਰ ਹੋ ਗਿਆ। ਉਹ ਸੰਗਤਾਂ ਨੂੰ ਮਾੜੇ ਬੋਲ ਵੀ ਬੋਲਣ ਲੱਗ ਪਿਆ ਵੀ ਮੈਂ ਕਿਸੇ ਦਾ ਨੌਕਰ ਨੀ ਗਾ, ਇੱਥੇ ਕੰਗਾਲਾਂ ਚ ਤੇ ਮੈਂ ਤੇ ਗੁਰੂ ਦਾ ਸੇਵਕ ਹਾਂ। ਤੇ ਗੁਰੂ ਸਾਹਿਬ ਜੀ ਨੇ ਉਹਨੂੰ ਬੜੀ ਵਾਰ ਸਮਝਾਇਆ ਤੇ ਅਖੀਰ ਤੇ ਉਹਨੂੰ ਛੁੱਟੀ ਕਰ ਦਿੱਤੀ ਸੀ ਵੀ ਜੇ ਸੇਵਾ ਕਰਦਿਆਂ ਵੀ ਮਨ ਦੇ ਵਿੱਚ ਸ਼ਾਂਤੀ ਆਉਣ ਦੀ ਥਾਂ ਹੰਕਾਰ ਵੱਧ ਰਿਹਾ ਤੇ ਫਿਰ ਇਹੋ ਜਿਹੀ ਸੇਵਾ ਦਾ ਕੋਈ ਫਾਇਦਾ ਨਹੀਂ। ਵਾਹਿਗੁਰੂ ਕਿਰਪਾ ਕਰੇ। ਇਹੋ ਹੀ ਬੇਨਤੀ ਹੈ ਕਿ ਸੇਵਾ ਕਰੋ ਪਰ ਸੇਵਾ ਨੂੰ ਜਣਾਓ ਨਾ। ਬਿਲਕੁਲ ਨਿਸ਼ਕਾਮ ਸੇਵਾ ਕਰੋ। ਗੁਰਸ਼ਾਨ ਜੀ? ਬਿਲਕੁਲ ਮੈਂ ਭਾਈ ਸਾਹਿਬ ਉਹਨਾਂ ਦੇ ਸ਼ਬਦਾਂ ਨਾਲ ਸਹਿਮਤ ਹਾਂ ਜੀ ਪੂਰੀ ਤਰ੍ਹਾਂ। ਥੈਂਕ ਯੂ ਦਿਲਜੀਤ। ਨਿਸ਼ਕਾਮ ਸੇਵਾ ਹੋਣੀ ਚਾਹੀਦੀ ਹੈ। ਦੁਨੀਆ ਸਿਰਫ ਕਮਾਈ ਹੈ ਤਾਂ ਦਰਗਾਹ ਬਸਮ ਪਾਈ ਹੈ। ਹਾਂਜੀ ਹਾਂਜੀ ਠੀਕ ਹੈ। ਦੁਨੀਆ ਸਿਰਫ ਕਮਾਈ ਹੈ ਤੇ ਦਰਗਾਹ ਬਸਮ ਪਾਈ ਹੈ। ਵਾਕਿਆ ਹੀ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਿ ਬਈ ਦੁਨੀਆ ਦੇ ਵਿੱਚ ਬੈਠ ਕੇ ਸੇਵਾ ਕਰਨੀ ਚਾਹੀਦੀ ਹੈ। ਹਾਂਜੀ ਹੋਰ ਦੱਸੋ ਦਿਲਜੀਤ, ਕੋਈ ਹੋਰ ਮੈਸੇਜ? ਚਲੋ thank you very much for participation all of you and this is a message to the ਸਾਡੇ audience know ਕਿ bhai please subscribe to the channel and also share with other people so that more and more people can benefit from this program. If you have any questions ਤੇ ਉਹ ਤੁਸੀਂ ਜ਼ਰੂਰ ਮੇਘਰਾਜ ਸਿੰਘ ਨੂੰ ਕਾਲ ਕਰਕੇ ਦੱਸੋ ਤਾਂ ਕਿ ਉਹਨਾਂ ਦੇ ਜਵਾਬ ਅਸੀਂ ਡਿਸਕਸ ਕਰ ਸਕੀਏ ਨੈਕਸਟ ਪ੍ਰੋਗਰਾਮ ਦੇ ਵਿੱਚ। ਗਿਆਨੀ ਜੀ ਬਹੁਤ ਧੰਨਵਾਦ, ਗੁਰਸ਼ਾਨਜੀਤ ਸਿੰਘ ਜੀ, ਦਲਜੀਤ ਕੌਰ ਜੀ ਬਹੁਤ ਬਹੁਤ ਧੰਨਵਾਦ ਫॉर ਪਾਰਟਿਸਿਪੇਸ਼ਨ ਇਨ ਦਾ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।